जी का खालसा वाहिगुरु जी की फतेह। आओ गुरु प्यारे गुरु सुबारे सतसंगी जनो, रोजाना की तरह पातशाह जी की अपार किरपा बख्शिश का सदका ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰਚਰਨਾਂ ਨਾਲ ਜੋੜਦੇ ਹੋਏ ਗੁਰਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗਣਾ ਸਾਹੋ। ਭੁਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਵਿਖਿਆ ਪੋਹੇ ਨ ਸਕਾਈ ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ। ਬਾਹਰ ਜਾਉ ਲਖ ਬੇਰੀਆ ਹਰ ਸਜਨੇ ਅਗਾਮੀ ਅਗਾਹੋ। ਹਰ ਸਜਨੇ ਅਗਾਮੀ ਅਗਾਹੋ। ਸਰਮ ਪਈ ਨਾਰਾਇਣ ਨਾਨਕ ਦਰ ਪਈਆਹੋ। ਭੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੈ ਬੇਪਰਵਾਹੋ। ਭੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੈ ਬੇਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਛਤਰ ਚਬਰ ਤਖਤ ਦੇ ਮਾਲਕ ਹਲਤ ਪਲਟ ਕੇ ਰੱਖਿਅਕ ਆਪ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹਨਾਂ ਬਚਨਾਂ ਰਾਹੀਂ ਜੋ ਆਪਾਂ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ 12 ਮਾਹਾਂ 'ਤੇ ਪਹੁੰਚੇ ਹਾਂ। 12 ਮਾਹਾਂ ਦਾ ਇਹ 11ਵਾਂ ਸ਼ਬਦ ਦੇਸੀ ਸਾਲ ਮੁਤਾਬਕ 10ਵਾਂ ਮਹੀਨਾ ਪੋਹ ਦਾ ਸਤਿਗੁਰੂ ਪਾਤਸ਼ਾਹ ਜੀ ਇਸ 12 ਮਾਹਾਂ ਦੀ ਰਚਨਾ ਕਰਕੇ ਇਸ ਸ਼ਬਦ ਰਾਹੀਂ ਕੀ ਉਪਦੇਸ਼ ਬਖਸ਼ਦੇ ਹਨ। ਭੁਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹੋ। ਜਿਹੜੀਆਂ ਜੀਵ ਇਸਤਰੀਆਂ ਜੀਵਾਤਮਾਵਾਂ ਉਸ ਪਰਿਪੂਰਨ ਪਰਮੇਸ਼ਰ ਦੇ ਨਾਲ ਜੁੜ ਜਾਂਦੀਆਂ ਹਨ, ਉਸ ਮਾਲਕ ਦੇ ਚਰਨੀ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਮਾਲਕ ਆਪਣੀਆਂ ਬਣਾ ਲੈਂਦਾ, ਜਿਨ੍ਹਾਂ ਨੂੰ ਗਲੇ ਲਾ ਲੈਂਦਾ, ਉਹਨਾਂ ਨੂੰ ਪੋਹ ਦੇ ਮਹੀਨੇ ਦੀ ਠੰਡ ਵਰਗੇ ਦੁੱਖ
नहीं व्यापदे। जिस तरह पिछे ਪੋਹ ਦਾ ਮਹੀਨਾ ਸੰਪੂਰਨ ਹੋਇਆ, ਜਿਸ ਦੇ ਵਿੱਚ ਆਪਾਂ ਦੇਖਿਆ ਭਿਆਨਕ ਕੜਾਕੇ ਦੀ ਠੰਡ, ਜਿਸ ਠੰਡ ਦੇ ਕਾਰਨ ਬਹੁਤ ਸਾਰੇ ਪਸ਼ੂ ਪੰਛੀ ਮਨੁੱਖ ਵਿਆਕੁਲ ਹੋ ਗਏ, ਦੁਖੀ ਹੋ ਗਏ, ਬਹੁਤ ਸਾਰੇ ਮਰ ਵੀ ਗਏ। ਇਹ ਜਿਹੜਾ ਭਿਆਨਕ ਦੁੱਖ ਹੈ, ਇਸ ਦੀ ਉਦਾਹਰਨ ਦੇ ਕੇ ਜੀਵਨ ਦੇ ਸਾਰੇ ਹੀ ਦੁੱਖਾਂ ਦੀ ਸਤਿਗੁਰੂ ਗੱਲ ਕਰਦੇ ਨੇ। ਔਰ ਜੀਵ ਇਸਤਰੀਆਂ ਭਾਵ ਜੀਵ ਆਤਮਾਵਾਂ ਜਿਹੜੀਆਂ ਆਪਣੇ ਮਾਲਕ ਦੇ ਗਲੇ ਲੱਗ ਜਾਂਦੀਆਂ, ਆਪਣੇ ਮਾਲਕ ਨਾਲ ਮਿਲ ਜਾਂਦੀਆਂ, ਉਹਨਾਂ ਨੂੰ ਇਹ ਦੁੱਖ ਨਹੀਂ ਵਿਆਪਦੇ। ਅੰਦਰੂਨੀ ਤੌਰ 'ਤੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਆਪਣੇ ਪਤੀ ਪਰਮੇਸ਼ਰ ਨੂੰ ਵਸਾ ਲਿਆ, ਜਿਹੜੀਆਂ ਉਸ ਮਾਲਕ ਦੇ ਚਰਨੀ ਲੱਗ ਕਰਕੇ ਨਾਮ ਜਪਦੀਆਂ ਹਨ, ਪਾਲਾ ਤਾਉ ਨ ਕਛੂ ਬਿਆਪੈ ਰਾਮ ਨਾਮ ਗੁਣ ਗਾਏ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਪਾਲਾ ਤਾਉ ਹੁੰਦੀ ਹੈ ਗਰਮੈਸ਼। ਜਿਸ ਤਰ੍ਹਾਂ ਪਿੱਛੇ ਹਾੜ੍ਹ ਦੇ ਮਹੀਨੇ ਦੀ ਗਰਮੀ ਦੀ ਗੱਲ ਕੀਤੀ ਸੀ ਅਤੇ ਪੋਹ ਦੇ ਮਹੀਨੇ ਦੀ ਭਿਆਨਕ ਠੰਡ ਦੀ ਗੱਲ ਕੀਤੀ ਸੀ, ਅਤੇ ਆਹ ਜਿਹੜਾ ਮਾਘ ਦੇ ਮਹੀਨੇ ਤੋਂ ਬਸੰਤ ਰੁੱਤ ਚੱਲ ਪਈ ਆ, ਇਹਦੇ ਵਿੱਚ ਹੁਣ ਨਾ ਬਹੁਤੀ ਗਰਮੀ ਆ ਨਾ ਬਹੁਤੀ ਠੰਡ ਹੈ। ਐਸਾ ਸਮਾਂ ਮਨੁੱਖ 'ਤੇ ਕਿਵੇਂ ਆਵੇ? ਜੀਵਾਂ ਨੂੰ ਤਾਂ ਲਾਹਾ ਮਿਲ ਗਿਆ, ਦਰਖਤਾਂ ਨੂੰ, ਕੁਦਰਤ ਨੂੰ, ਬਨਸਪਤੀ ਹਰੀ ਭਰੀ ਹੋ ਰਹੀ ਆ, ਪਰ ਇਹ ਮਨੁੱਖ 'ਤੇ ਅਸਰ ਕਿਵੇਂ ਪਵੇਗਾ? ਪਾਤਸ਼ਾਹ ਕਹਿੰਦੇ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਖੰਤੇ ਪਾਈ ਹੈ ਇਹ ਰੁੱਤ ਸੁਹਾਈ। ਜਿਨ੍ਹਾਂ ਦੇ ਵੱਡੇ ਭਾਗ ਹਨ, ਉਹਨਾਂ ਨੂੰ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਆਪਣੇ ਬਣਾ ਲਿਆ ਔਰ ਉਹ ਮਾਲਕ ਦੇ ਵਿੱਚ ਮਿਲ ਗਈਆਂ। ਉਹਨਾਂ ਦੇ ਅੰਜ ਹਰਿਆਲੀ ਆ ਗਈ, ਜਿਵੇਂ ਕੁਦਰਤ ਹਰੀ ਭਰੀ ਹੋ ਗਈ, ਨਵੇਂ ਪੱਤੇ ਨਿਕਲ ਆਏ, ਫੁੱਲ ਨਿਕਲ ਆਏ, ਇਵੇਂ ਮਨੁੱਖ ਦੇ ਵਿੱਚ ਗੁਣ ਪੈਦਾ ਹੁੰਦੇ ਆ। ਹਰੀ ਦਾ ਨਾਮ ਜਪ ਕੇ ਬਨਸਪਤੀ ਹਰੀ ਭਰੀ ਹੁੰਦੀ ਆ, ਮਨੁੱਖ ਦੇ ਅੰਦਰ ਹਰੀ ਦਾ ਨਾਮ, ਹਰੀ ਦੇ ਗੁਣ ਪੈਦਾ ਹੁੰਦੇ ਹਨ। ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਅੱਜ ਦੇ ਸ਼ਬਦ ਵਿੱਚ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹੋ। ਜਿਹੜੀਆਂ ਜੀਵ ਇਸਤਰੀਆਂ ਆਪਣੇ ਮਾਲਕ ਦੇ ਗਲੇ ਲੱਗ ਗਈਆਂ, ਜਿਨ੍ਹਾਂ ਦੇ ਗਲੇ ਦੇ ਵਿੱਚ ਮਾਲਕ ਦਾ ਨਾਮ ਰੂਪੀ ਹਾਰ ਹੁੰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਪਰਮੇਸ਼ਰ ਦਾ ਨਾਮ ਰੂਪੀ ਹਾਰ ਹੈ। ਪਿੱਛੇ ਪੜ੍ਹਿਆ ਸੀਗਾ ਕਿ ਜਿਸ ਵੇਲੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਮਾਲਕ ਜਿਹੜਾ ਹੈ, ਇਹ ਜੀਵ ਉਹਦੇ ਨਾਲ ਜੁੜ ਜਾਵੇ, ਉਹਦਾ ਨਾਮ ਜਪੇ, ਸਿਮਰਨ ਭਜਨ ਬੰਦਗੀ ਕਰੇ, ਉਹਨਾਂ ਨੂੰ ਇਹ ਪੋਹ ਦੇ ਮਹੀਨੇ ਦੀ ਠੰਡ ਵਰਗੇ ਹੋਰ ਅਨੇਕਾਂ ਸਰੀਰਕ ਦੁੱਖ ਅਤੇ ਆਤਮ ਦੁੱਖ ਜਿਹੜੇ ਹਨ ਉਹ ਨਹੀਂ ਵਿਆਪਦੇ। ਉਹਨਾਂ ਨੂੰ ਆਤਮਿਕ ਦੁੱਖ ਅਤੇ ਸਰੀਰਕ ਦੁੱਖ ਜਿਹੜੇ ਹਨ ਉਹ ਨਹੀਂ ਵਿਆਪਦੇ। ਮਨ ਬੇਦਿਆ ਚਰਨਾਰ ਬਿੰਦ, ਅਤੇ ਇਹਨਾਂ ਸਾਰੇ ਦੁੱਖਾਂ ਨੂੰ ਪੈਦਾ ਕਰਨ ਵਾਲਾ ਸਾਡਾ ਮਨ ਹੈ।
ਸਾਡਾ ਮਨ ਜਦੋਂ ਗੁਰੂ ਨੂੰ ਛੱਡ ਕੇ ਆਸੇ ਪਾਸੇ ਭੱਜਦਾ ਹੈ ਉਦੋਂ ਹੀ ਇਹ ਸਾਰੇ ਦੁੱਖਾਂ ਨੂੰ ਪੈਦਾ ਕਰਦਾ। ਅਤੇ ਜਦੋਂ ਇਹ ਮਨ ਮਾਲਕ ਦੇ ਚਰਨਾਂ ਨਾਲ ਜੁੜ ਜਾਂਦਾ ਅਤੇ ਉਸ ਵੇਲੇ ਇਸ ਨੂੰ ਫਿਰ ਨਾ ਠੰਡ ਵਿਆਪਦੀ ਹੈ ਅਤੇ ਨਾ ਗਰਮੀ ਵਿਆਪਦੀ ਹੈ। ਕਿਉਂਕਿ ਉਹਨਾਂ ਦੀ ਬਿਰਤੀ ਸੁਰਤੀ ਉਸ ਮਾਲਕ ਦੇ ਚਰਨਾਂ ਨਾਲ ਲੱਗੀ ਰਹਿੰਦੀ ਹੈ, ਮਾਲਕ ਦੇ ਚਰਨਾਂ ਨਾਲ ਜੁੜੇ ਰਹਿੰਦੇ ਹੈ। ਜਿਸ ਤਰ੍ਹਾਂ ਗੁਰੂ ਪਿਆਰਿਓ ਸੈਦ ਖਾਂ ਲੱਖਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਉਹਦਾ ਜਰਨੈਲ ਬਣ ਕੇ ਆਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਵਾਸਤੇ, ਪਰ ਜਿਸ ਵੇਲੇ ਉਸਨੇ ਆ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਚਰਨਾਂ 'ਤੇ ਸਰੀਰ ਲੱਗਿਆ, ਸਿਰ ਲੱਗਿਆ, ਅਤੇ ਉਸ ਦੇ ਅੰਦਰਲਾ ਵਾਤਾਵਰਨ ਹੀ ਬਦਲ ਗਿਆ। ਉਹ ਆਪਣੀ ਜਰਨੈਲੀ ਛੱਡ ਕਰਕੇ ਔਰ ਗੁਰੂ ਦੇ ਚਰਨੀ ਲੱਗ ਕਰਕੇ ਜਿਹੜਾ ਗੁਰੂ ਨੂੰ ਫੜਨ ਆਇਆ ਸੀ, ਗੁਰੂ ਦਾ ਮੁਰੀਦ ਬਣ ਗਿਆ, ਗੁਰੂ ਦਾ ਸੇਵਕ ਬਣ ਗਿਆ, ਗੁਰੂ ਦਾ ਸਿੱਖ ਬਣ ਗਿਆ। ਐਸੀ ਹੋਈ ਕਿ ਉਹਦਾ ਮਨ ਗੁਰੂ ਚਰਨਾਂ ਨਾਲ ਐਸਾ ਬੱਝਿਆ, ਉਹ ਫੌਜ ਨੂੰ ਛੱਡ ਕੇ ਗੁਰੂ ਕਾ ਮੁਰੀਦ ਬਣ ਕੇ, ਗੁਰੂ ਕਾ ਸਿੱਖ ਬਣ ਕੇ ਗੁਰੂ ਪਿਆਰਿਓ ਬੰਦਗੀ ਵਿੱਚ ਚਲਿਆ ਗਿਆ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਿਹੜੇ ਮਾਲਕ ਦੇ ਨਾਲ ਜੁੜ ਜਾਂਦੇ ਹਨ। ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ, ਜਿਨ੍ਹਾਂ ਦਾ ਮਨ ਸਤਿਗੁਰ ਦੇ ਦਰਸ਼ਨਾਂ ਨਾਲ ਜੁੜ ਗਿਆ, ਮਾਲਕ ਦੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਦਰਸ਼ਨਾਂ ਦੀ ਜਿਨ੍ਹਾਂ ਦੇ ਅੰਦਰ ਤਾਂਘ ਪੈਦਾ ਹੋ ਗਈ, ਇੱਛਾ ਪੈਦਾ ਹੋ ਗਈ, ਮਨ ਬੇਧਿਆ ਚਰਨਾਰ ਬਿਨ ਦਰਸ਼ਨ ਲੱਗੜਾ ਸਾਹੋ। ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ, ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ, ਇਸ ਤਰ੍ਹਾਂ ਪਰਮੇਸ਼ਰ ਗੁਰੂ ਦੇ ਦਰਸ਼ਨ ਕਰਕੇ ਹਿਰਦੈ ਰੂਪੀ ਕਮਲ ਖਿੜ ਜਾਂਦਾ। ਮਨ ਬੇਧਿਆ ਚਰਨਾਰ ਬਿਨ ਦਰਸ਼ਨ ਲੱਗੜਾ ਸਾਹੋ। ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਮਾਲਕ ਦੀ ਓਟ ਹੋ ਗਈ, ਉਸ ਮਾਲਕ ਦਾ ਆਸਰਾ ਹੋ ਗਿਆ। ਓਟ ਗੋਬਿੰਦ ਗੋਪਾਲ ਰਾਏ, ਜਿਨ੍ਹਾਂ ਨੇ ਉਸ ਸ੍ਰਿਸ਼ਟੀ ਨੂੰ ਪਾਲਣ ਵਾਲੇ ਪਰਮੇਸ਼ਰ ਦੀ ਗੋਪਾਲ ਦੀ ਓਟ ਲੈ ਲਈ, ਆਸਰਾ ਲੈ ਲਿਆ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਜਿਨ੍ਹਾਂ ਨੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ, ਵਿਖਿਆ ਪੋਹੇ ਨਾ ਸਕਈ। ਇੱਥੇ ਕੇਵਲ ਸੰਸਾਰ ਦੇ ਠੰਡ ਦੀ ਗੱਲ ਨਹੀਂ ਕਰਦੇ, ਕੋਈ ਜੇਠ ਹਾੜ ਦੀ ਗਰਮੀ ਦੀ ਗੱਲ ਨਹੀਂ ਕਰਦੇ, ਇਹ ਤਾਂ ਓਨਲੀ ਉਦਾਹਰਨ ਹੈ। ਜਿਸ ਤਰ੍ਹਾਂ ਕੋਈ ਅੱਗ ਦੇ ਕੋਲ ਬੈਠ ਜਾਵੇ ਅਤੇ ਪੋਹ ਦੀ ਠੰਡ ਤੋਂ ਬਚ ਜਾਂਦਾ,
ਦਰਖਤ ਦੀ ਛਾਵੇਂ ਬੈਠ ਜਾਵੇ ਤੇ ਗਰਮੀ ਤੋਂ ਬਚ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਅਸੀਂ ਇਹਨਾਂ ਦੋਨਾਂ ਦੁੱਖਾਂ ਤੋਂ ਹੀ ਬਚ ਗਏ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ, ਜਿਨ੍ਹਾਂ ਨੂੰ ਮਾਰਨ ਵਾਸਤੇ ਉਸ ਦੇ ਪਿਤਾ ਨੇ ਬੜਾ ਜ਼ੋਰ ਲਾਇਆ, ਪਰ ਉਹਨੂੰ ਮਾਰ ਨਹੀਂ ਸਕਿਆ, ਕਿਉਂਕਿ ਉਸ ਦਾ ਮਨ ਤਾਂ ਗੁਰੂ ਚਰਨਾਂ ਵਿੱਚ ਲੱਗਿਆ ਹੋਇਆ ਸੀ, ਪਰਮੇਸ਼ਰ ਦੇ ਚਰਨਾਂ ਵਿੱਚ ਖੁੱਭਿਆ ਹੋਇਆ ਸੀ। ਉਸ ਭਗਤ ਪ੍ਰਹਿਲਾਦ ਨੂੰ ਮਾਰਨ ਵਾਸਤੇ ਪਹਾੜਾਂ ਤੋਂ ਸਿੱਟਿਆ ਗਿਆ, ਦਰਿਆਵਾਂ ਵਿੱਚ ਸਿੱਟਿਆ ਗਿਆ, ਕਾਲੇ ਨਾਗਾਂ ਵਿੱਚ ਸੱਟਿਆ ਗਿਆ, ਜ਼ਹਿਰੀਲੇ ਸੱਪਾਂ ਵਿੱਚ ਵੀ ਰੱਖਿਆ ਗਿਆ ਵੀ ਸ਼ਾਇਦ ਡੰਗ ਮਾਰਨਗੇ, ਜਾਨਵਰ ਮਰ ਜਾਵੇਗਾ। ਪਰ ਸੱਪਾਂ ਨੇ ਵੀ ਡੰਗ ਨਹੀਂ ਮਾਰਿਆ, ਉਹ ਵੀ ਨਾਲ ਖੇਡਣ ਲੱਗ ਪਏ, ਕਿਉਂਕਿ ਸਾਡੀ ਅੰਦਰਲੀ ਭਾਵਨਾ ਦਾ ਕਿਸੇ ਦੂਜੇ 'ਤੇ ਅਸਰ ਹੁੰਦਾ। ਜਿਹੜੀ ਸਾਡੀ ਅੰਦਰਲੀ ਭਾਵਨਾ ਨਾ, ਉਹਦਾ ਅਸਰ ਜਿਹਦੇ ਬਾਰੇ ਸੋਚਦੇ ਹਾਂ ਉਸ 'ਤੇ ਵੀ ਹੁੰਦਾ। ਹੁਣ ਪ੍ਰਹਿਲਾਦ ਦੇ ਅੰਦਰ ਸੱਪਾਂ ਨੂੰ ਮਾਰਨ ਦੀ ਭਾਵਨਾ ਨਹੀਂ, ਤੇ ਸੱਪ ਵੀ ਕਿਉਂ ਮਾਰਨਗੇ? ਸੱਪ ਹਮੇਸ਼ਾ ਆਪਣੇ ਆਪ ਨੂੰ ਬਚਾਉਣ ਵਾਸਤੇ ਡੰਗ ਮਾਰਦਾ। ਜਦੋਂ ਸਾਡੀ ਭਾਵਨਾ ਮਾੜੀ ਹੋਵੇ ਤੇ ਅਗਲੇ ਦੀ ਭਾਵਨਾ ਬਦਲ ਜਾਂਦੀ ਹੈ। ਤਾਂ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਿਸੇ ਦਾ ਬੁਰਾ ਨਾ ਸੋਚੋ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਉਹਨਾਂ ਨੂੰ ਕਦੇ ਵੀ ਦੁੱਖ ਨਹੀਂ ਵਿਆਪਦਾ ਜਿਹੜੇ ਕਿਸੇ ਦਾ ਬੁਰਾ ਨਹੀਂ ਸੋਚਦੇ। ਤੇ ਪ੍ਰਹਿਲਾਦ ਤਾਂ ਸਭ ਦਾ ਭਲਾ ਸੋਚਦਾ ਸੀਗਾ, ਬਲਕਿ ਆਪਣੇ ਦੁਸ਼ਮਣ ਪਿਤਾ ਦਾ ਵੀ ਭਲਾ ਸੋਚਦਾ ਸੀ। ਉਹਨੂੰ ਵਾਰ-ਵਾਰ ਸਮਝਾਉਂਦਾ ਸੀ, ਪਿਤਾ ਜੀ ਤੁਸੀਂ ਵੀ ਨਾਮ ਜਪਿਆ ਕਰੋ ਪਰਮੇਸ਼ਰ ਦਾ, ਹਰੀ ਦਾ। ਪਰ ਉਹ ਤਾਂ ਹਰੀ ਨੂੰ, ਪਰਮੇਸ਼ਰ ਨੂੰ ਆਪਣਾ ਦੁਸ਼ਮਣ ਜਾਣਦਾ ਸੀ। ਤੇ ਉਹਨੇ ਮਾਰਨ ਵਾਸਤੇ ਪ੍ਰਹਿਲਾਦ ਨੂੰ ਕਿੰਨਾ ਜ਼ੋਰ ਲਾਇਆ। ਸੱਪ ਵੀ ਉਹਦੇ ਨਾਲ ਖੇਡਣ ਲੱਗ ਪਏ ਡੰਗ ਮਾਰਨ ਦੀ ਬਜਾਏ। ਸੱਪਾਂ ਦਾ ਵੀ ਜ਼ਹਿਰ ਖਤਮ ਹੋ ਗਿਆ, ਸੱਪਾਂ ਦੀ ਵੀ ਗਰਮੈਸ਼ ਖਤਮ ਹੋ ਗਈ। ਸੱਪ ਡੰਗ ਉਦੋਂ ਮਾਰਦਾ ਜਦੋਂ ਇਹਦੇ ਵਿੱਚ ਜ਼ਹਿਰ ਵੱਧ ਜਾਂਦਾ। ਇਸੇ ਕਰਕੇ ਜੰਗਲਾਂ ਦੇ ਵਿੱਚ ਘਾਹ ਫੂਸ ਤੇ ਦਰਖਤਾਂ 'ਤੇ ਡੰਗ ਮਾਰ ਕੇ ਮੂੰਹ 'ਚੋਂ ਜ਼ਹਿਰ ਵਾਲੀ ਪੋਟਲੀ ਭੰਨਦਾ। ਤੇ ਭਗਤ ਪ੍ਰਹਿਲਾਦ ਦੇ ਅੰਦਰ ਨਾਮ ਦੀ ਇੰਨੀ ਸ਼ਾਂਤੀ ਆ, ਇੰਨੀ ਠੰਡ ਕਾ ਕੇ ਸੱਪ ਵੀ ਠੰਡੇ ਹੋ ਗਏ। ਉਹਨਾਂ ਨੇ ਵੀ ਡੰਗ ਨਹੀਂ ਮਾਰਿਆ। ਫਿਰ ਪ੍ਰਹਿਲਾਦ ਨੂੰ ਮਾਰਨ ਵਾਸਤੇ ਤਪਦੇ ਲਾਲ ਥੰਮ ਦੇ ਨਾਲ ਜੱਫਾ ਪਾਉਣ ਨੂੰ ਕਿਹਾ, ਤੇ ਜੱਫਾ ਪਾਉਂਦਿਆਂ ਤਪਦਾ ਥੰਮ ਵੀ ਠੰਡਾ ਹੋ ਗਿਆ, ਫਟ ਗਿਆ। ਤੇ ਫਿਰ ਇਹ ਤਾਂ ਅੰਤ ਹੋ ਗਿਆ ਨਾ ਭਗਤਾਂ ਨੂੰ ਦੁੱਖ ਦੇਣ ਦਾ। ਜਦੋਂ ਕੋਈ ਭਗਤਾਂ ਨੂੰ ਦੁੱਖ ਦਿੰਦਾ ਹੈ, ਫਿਰ ਪਰਮੇਸ਼ਰ ਉਹਨਾਂ ਦੀ ਰਕਸ਼ਾ ਕਰਦਾ ਜਦੋਂ ਐਂਡ ਆ ਜਾਂਦਾ। ਤੇ ਜਿਸ ਵੇਲੇ ਉਹ ਥੰਮ ਫਟ ਗਿਆ ਤੇ ਉਹਦੇ ਵਿੱਚੋਂ ਗੁਰੂ ਪਿਆਰਿਓ ਅਨੋਖਾ ਹੀ ਸਰੂਪ ਬਾਹਰ ਨਿਕਲਿਆ, ਜਿਹੜਾ ਨਾ ਬ੍ਰਹਮਾ ਨੇ ਬਣਾਇਆ ਨਾ ਵਿਸ਼ਨੂੰ ਨੇ ਬਣਾਇਆ। ਕੋ ਸਤਨਾਮ ਸ੍ਰੀ ਨਰਸਿੰਘ, ਜਿਸ ਦਾ ਸਰੀਰ ਸ਼ੇਰ ਦਾ ਹੈ ਤੇ ਜਿਹੜਾ ਮਨੁੱਖ ਦਾ ਮੂੰਹ ਹੈ, ਤੇ ਇਸ ਤਰ੍ਹਾਂ ਗਰਜਦਾ ਹੋਇਆ ਜਿਸ ਵੇਲੇ ਉਹ ਬਾਹਰ ਆਇਆ ਤੇ ਹਰਨਾਕਸ਼ ਨੂੰ ਭਾਜੜਾਂ ਪੈ ਗਈਆਂ ਤੇ ਅਖੀਰ ਹਰਨਾਕਸ਼ ਨੂੰ ਫੜ ਕੇ ਮਾਰ ਦਿੱਤਾ। ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਕਿਸੇ ਦਾ ਬੁਰਾ ਨਾ ਚਿਤਵੋ, ਕਿਸੇ ਦਾ ਬੁਰਾ ਨਾ ਸੋਚੋ, ਸਭ ਦਾ ਭਲਾ ਸੋਚੋ ਤੇ ਤੁਹਾਡਾ ਵੀ ਭਲਾ ਹੋਵੇਗਾ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਮਨ ਗੁਰੂ ਚਰਨਾਂ ਵਿੱਚ ਵੱਜ ਗਿਆ ਨਾ, ਤੁਹਾਡੇ ਅੰਦਰ ਗੁਰੂ ਦਰਸ਼ਨਾਂ ਦੀ ਇੱਛਾ ਪੈਦਾ ਹੋ ਗਈ, ਭਾਵਨਾ ਪੈਦਾ ਹੋ ਗਈ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਫਿਰ ਤੈਨੂੰ ਗੁਰੂ ਦੀ ਓਟ ਦਾ, ਗੁਰੂ ਦੇ ਆਸਰੇ ਦਾ ਇਹ ਲਾਹਾ ਪ੍ਰਾਪਤ ਹੋਵੇਗਾ। ਸੁਆਮੀ ਮਾਲਕ, ਇਸਤਰੀ ਦਾ ਮਾਲਕ ਉਸ ਦਾ ਪਤੀ, ਤੇ ਸਾਡਾ ਸਾਰਿਆਂ ਦਾ ਮਾਲਕ ਗੁਰੂ। ਇਸ ਕਰਕੇ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਲਾ ਦੀ ਵਿਖੇ ਗੁਰੂ ਪਿਆਰਿਓ ਮੋਹਣੀਆਂ ਇਸਤਰੀਆਂ ਰਾਜੇ ਨੇ ਭੇਜੀਆਂ ਵੀ ਜਾਓ ਪਰਖੋ ਭਲਾ ਇਹ ਨਾਨਕ ਅਸਲੀ ਹੈ ਕਿ ਨਕਲੀ ਹੈ। ਕਿਉਂਕਿ ਪਹਿਲਾਂ ਬਹੁਤ ਸਾਰੇ ਪਖੰਡੀ ਵੀ ਨਾਨਕ ਬਣ ਬਣ ਕੇ ਜਾਂਦੇ ਰਹੇ। ਤੇ ਜਿਸ ਵੇਲੇ ਉਹ ਬੀਬੀਆਂ ਪਰਖਣ ਵਾਸਤੇ ਆਈਆਂ ਵਜ਼ੀਰ ਦੇ ਨਾਲ, ਤੇ ਆ ਕੇ ਕਹਿਣ ਲੱਗੀਆਂ ਬਾਬਾ ਜੀ ਅਸੀਂ ਤੁਹਾਡੀ ਸੇਵਾ ਕਰਨੀ ਆ। ਤੇ ਉਸ ਵੇਲੇ ਫਿਰ ਗੁਰੂ ਪਿਆਰਿਓ
ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਬੇਟਾ ਸਾਨੂੰ ਤੁਹਾਡੀ ਸੇਵਾ ਦੀ ਲੋੜ ਨਹੀਂ ਹੈਗੀ। ਕਹਿੰਦੀਆਂ ਬਾਬਾ ਜੀ ਸਾਨੂੰ ਲਾਇਆ ਹੈ, ਡਿਊਟੀ ਲਾਈ ਹੈ ਸਾਡੀ ਰਾਜੇ ਵੱਲੋਂ ਕਿ ਜਦੋਂ ਵੀ ਕੋਈ ਸਾਧੂ ਇੱਥੇ ਆਵੇ ਤੇ ਉਹਦੀ ਜਿਹੜੀ ਹੈ ਚਰਨ ਮੁੱਠੀ ਕਰਿਆ ਕਰੋ, ਭਾਵ ਉਹਨਾਂ ਦੇ ਸੇਵਾ ਕਰਿਆ ਕਰੋ। ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਜਵਾਬ ਕੀ ਸੀਗਾ? ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੌਟ ਸਵਾਰ। ਧੀਓ ਜੇ ਸੇਵਾ ਹੀ ਕਰਨੀ ਹੈ ਤਾਂ ਵਿਆਹ ਕਰਾਓ ਤੇ ਆਪਣੇ ਪਤੀ ਦੀ ਕਰੋ। ਕਹਿੰਦੀ ਆ ਜੀ ਬਹੁਤ ਸਾਧ ਆਉਂਦੇ, ਅਸੀਂ ਸਭ ਦੀ ਸੇਵਾ ਕਰਦੀਆਂ। ਬਾਬਾ ਜੀ ਕਹਿੰਦੇ ਉਹ ਸਾਧ ਨਹੀਂ ਹੋਣੇ, ਉਹ ਕਾਂ ਹੋਣਗੇ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰੈ ਦੇਖ ਭੀਤ। ਉਹ ਕਾਂ ਹੋਣਗੇ ਜਿਹੜੇ ਜਿੱਥੇ ਬੁਰਕੀ ਦੇਖਦੇ ਆ ਉੱਥੇ ਡਿੱਗ ਪੈਂਦੇ ਆ। ਸਾਧੂ ਨਹੀਂ ਕਿਸੇ ਤੋਂ ਸੇਵਾ ਕਰਾਉਂਦੇ। ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੌਟ ਸਵਾਰ। ਧੀਓ ਦਿਮਾਗ ਟਿਕਾਣੇ ਕਰੋ, ਮਤ ਨੂੰ ਟਿਕਾਣੇ ਕਰੋ, ਵਿਆਹ ਕਰਾਓ ਤੇ ਆਪਣੇ ਪਤੀਆਂ ਦੀ ਸੇਵਾ ਕਰੋ ਤੇ ਨਾਮ ਜਪਿਆ ਕਰੋ। ਜਦ ਇੰਨੀ ਗੱਲ ਬਾਬੇ ਨਾਨਕ ਜੀ ਨੇ ਕਹੀ ਤੇ ਉਹਨਾਂ ਮੋਹਣੀਆਂ ਇਸਤਰੀਆਂ ਦੀ ਜਿਹੜੀਆਂ ਗਲਤ ਸੋਚ ਲੈ ਕੇ ਆਈਆਂ ਸੀ, ਦਿਮਾਗ ਸੈੱਟ ਹੋ ਗਿਆ। ਉਹਨਾਂ ਦੇ ਅੰਦਰੋਂ ਵਾਸ਼ਨਾਵਾਂ, ਕਾਮ ਵਾਸ਼ਨਾਵਾਂ ਵੀ ਖਤਮ ਹੋ ਗਈਆਂ ਔਰ ਬਲਕਿ ਉਹ ਪੈਰੀ ਪੈ ਗਈਆਂ। ਸਤਿਗੁਰਾਂ ਨੇ ਉਪਦੇਸ਼ ਦੇ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਤੇ ਉਹਨਾਂ ਨੇ ਜਾ ਕੇ ਦੱਸਿਆ, ਰਾਜਾ ਸਾਹਿਬ ਇਹੀ ਅਸਲੀ ਨਾਨਕ ਲੱਗਦਾ। ਪਹਿਲਾਂ ਬਹੁਤ ਸਾਰੇ ਸਾਧ ਇੱਥੇ ਆਏ, ਉਹਨਾਂ 'ਤੇ ਸਾਡਾ ਅਸਰ ਹੋ ਜਾਂਦਾ ਸੀਗਾ ਤੇ ਵਜ਼ੀਰ ਉਹਨਾਂ ਨੂੰ ਆਪਣੇ ਇਲਾਕੇ 'ਚੋਂ ਭਜਾ ਦਿੰਦਾ ਸੀਗਾ। ਪਰ ਅੱਜ ਇਸ ਨਾਨਕ 'ਤੇ ਸਾਡਾ ਅਸਰ ਨਹੀਂ ਹੋਇਆ, ਬਲਕਿ ਇਹਦਾ ਸਾਡੇ 'ਤੇ ਹੋ ਗਿਆ। ਸਾਡੀ ਬੁੱਧੀ, ਸਾਡੀ ਮੱਤ ਹੀ ਬਦਲ ਕੇ ਰੱਖ ਦਿੱਤੀ। ਤਾਂ ਜਿਹੜੇ ਜੀਵ ਗੁਰੂ ਦੀ ਸੇਵਾ ਵਿੱਚ ਇਸ ਢੰਗ ਨਾਲ ਆਉਣਗੇ, ਵਿਖਿਆ ਪੋਹੇ ਨਾ ਸਕੇ, ਉਹਨਾਂ ਦੇ ਵਿਸ਼ੇ ਵਿਕਾਰਾਂ ਦੀ ਅਗਨੀ ਨੇੜੇ ਨਹੀਂ ਆ ਸਕਦੀ। ਜਦੋਂ ਅਸੀਂ ਗੁਰੂ ਦੇ ਚਰਨੀ ਲੱਗ ਗਏ, ਵਿਖਿਆ ਪੋਹੇ ਨਾ ਸਕਈ, ਮਿਲ ਸਾਧੂ ਗੁਣ ਗਾਹੋ। ਜਦੋਂ ਅਸੀਂ ਗੁਰੂ ਦੇ ਨਾਲ ਮਿਲ ਕਰਕੇ, ਗੁਰੂ ਦੇ ਲੜ ਲੱਗ ਕੇ, ਗੁਰੂ ਵਾਲੇ ਬਣ ਕੇ ਉਸ ਪਰਮੇਸ਼ਰ ਦਾ ਨਾਮ ਜਪਾਂਗੇ ਤੇ ਪੋਹਣਾ ਕੀ ਹੁੰਦਾ? ਟੱਚ ਕਰਨਾ। ਜਿਵੇਂ ਸਾਡੇ ਸਰੀਰ ਨੂੰ ਠੰਡ ਪਾਉਂਦੀ ਹੈ, ਗਰਮੀ ਪਾਉਂਦੀ ਹੈ, ਅੱਗ ਪਾਉਂਦੀ ਆ, ਇਸ ਤਰ੍ਹਾਂ ਹੀ ਵਿਸ਼ੇ ਵਿਕਾਰ ਵੀ ਪਾਉਂਦੇ ਆ। ਜਦੋਂ ਕਿਸੇ ਦੀ ਮਾਇਆ ਦੇਖੀ ਤੇ ਲਾਲਚ ਆ ਗਿਆ, ਦੁਸ਼ਮਣ ਦੇਖਿਆ ਕ੍ਰੋਧ ਵੱਧ ਗਿਆ, ਔਰ ਇਸੇ ਤਰ੍ਹਾਂ ਹੀ ਵਿਸ਼ੇ ਵਿਕਾਰ ਜਿਹੜੇ ਹਨ ਮਨੁੱਖ ਦੇ ਅੰਦਰ ਇਹ ਪੈਦਾ ਹੁੰਦੇ ਆ। ਪਰ ਜਦੋਂ ਸਿੱਖ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਫਿਰ ਇਹਨਾਂ ਵਿਕਾਰਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਵਿਖਿਆ ਪੋਹੇ ਨ ਸਕਈ, ਮਿਲ ਸਾਧੂ ਗੁਣ ਗਾਹੋ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਅਸੀਂ ਹਰੀ ਦੇ ਗੁਣ ਗਾਵਾਂਗੇ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਇਉਂ ਜਪਾਂਗੇ ਤਾਂ ਸਾਨੂੰ ਇਹ ਵਿਸ਼ੇ ਵਿਕਾਰ ਵੀ ਪੋਹ ਨਹੀਂ ਸਕਦੇ, ਨੇੜੇ ਨਹੀਂ ਆ ਸਕਦੇ। ਪ੍ਰੀਤਮ ਜੀ ਕਹਿੰਦੇ ਜਹ ਤੇ ਉਪਜੀ ਤਹ ਮਿਲੀ। ਫਿਰ ਇਹ ਜੀਵ ਆਤਮਾ ਜਿੱਥੋਂ ਆਈ ਆ, ਕਿੱਥੋਂ ਆਈ ਆ? ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਥੋਂ ਵੀ ਇਹ ਆਈ ਹੈ ਪਰਮੇਸ਼ਰ ਦੇ ਕੋਲੋਂ, ਉੱਥੇ ਵਾਪਸ ਮਿਲ ਜਾਵੇਗੀ, ਕਿਉਂਕਿ ਗੁਰੂ ਵਿਚੋਲਾ ਬਣਦਾ। ਪਰਮੇਸ਼ਰ ਦੇ ਪਿਆਰੇ ਗੁਰਮੁਖ ਜਨ, ਨਾਮ ਜਪਣ ਵਾਲੀਆਂ ਰੂਹਾਂ ਵਿਚੋਲਾ ਬਣ ਕੇ ਸਾਨੂੰ ਮਾਲਕ ਨਾਲ ਜੋੜਦੀਆਂ। ਜਿਵੇਂ ਕੋਈ ਵਿਚੋਲਾ ਬੱਚੇ ਬੱਚੀ ਨੂੰ ਮਿਲਾਪ ਕਰਾਉਂਦਾ, ਉਸੇ ਤਰ੍ਹਾਂ ਹੀ ਗੁਰੂ ਵਿਚੋਲਾ ਬਣਦਾ। ਪ੍ਰੀਤਮ ਜੀ ਕਹਿੰਦੇ ਜਹ ਤੇ ਉਪਜੀ ਤਹ ਮਿਲੀ। ਇਉਂ ਸਾਡੀ ਆਤਮਾ ਜਿਹੜੀ ਕਿ ਕਈ ਜਨਮਾਂ ਤੋਂ ਭਟਕਦੀ ਫਿਰਦੀ ਸੀ, ਕਈ ਜਨਮ ਪਈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਬੜੇ ਲੰਮੇ ਸਮੇਂ ਦੇ ਬਾਅਦ ਸਾਨੂੰ ਮਨੁੱਖਾ ਦੇਹੀ ਬਣਾ ਕੇ ਦਿੱਤੀ ਹੈ ਪਰਮੇਸ਼ਰ ਨੇ, ਮਾਨਸ ਜਾਮੇ ਵਿੱਚ ਪਾਇਆ ਹੈ। ਨਹੀਂ ਤਾਂ ਸਾਡੇ ਵਰਗੀਆਂ ਹੀ ਰੂਹਾਂ ਟੇਢੀਆਂ ਜੂਨਾਂ ਵਿੱਚ ਭਟਕ ਰਹੀਆਂ।
ਭਗਤ ਕਬੀਰ ਸਾਹਿਬ ਜੀ ਦਾ ਸਮਾਂ ਹੈ, ਬਨਾਰਸ ਦੇ ਵਿੱਚ ਰਹਿੰਦੇ ਹਨ। ਔਰ ਗੁਰੂ ਪਿਆਰਿਓ, ਰੋਜ਼ਾਨਾ ਇੱਕ ਬਾਜ਼ਾਰ 'ਚੋਂ ਲੰਘਦੇ ਹੈ ਅਤੇ ਬਾਜ਼ਾਰ ਵਿੱਚ ਇੱਕ ਬਾਣੀਆ, ਇੱਕ ਸੇਠ ਦੁਕਾਨਦਾਰ, ਉਹ 'ਤੇ ਭਗਤ ਜੀ ਦੀ ਦਇਆ ਦ੍ਰਿਸ਼ਟੀ ਪਈ ਕਿਤੇ, ਉਹਦੇ ਕੋਲੇ ਖੜ੍ਹ ਗਏ ਔਰ ਖੜ੍ਹ ਕੇ ਕਹਿਣ ਲੱਗੇ, ਸੇਠ ਜੀ ਸਤਸੰਗ ਵਿੱਚ ਆਇਆ ਕਰੋ। ਉਹ ਸੇਠ ਕਹਿੰਦਾ, ਕੋਈ ਨਹੀਂ ਬਾਬਾ, ਦੇਖਾਂਗੇ, ਜਾ ਤੂੰ। ਭਗਤ ਜੀ ਚੁੱਪ ਕਰਕੇ ਚਲੇ ਗਏ। ਕੁਝ ਦਿਨਾਂ ਬਾਅਦ ਫਿਰ ਗੇੜਾ ਵੱਜਿਆ, ਭਗਤ ਜੀ ਫਿਰ ਖੜ੍ਹ ਗਏ। ਸੇਠ ਜੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਸਤਸੰਗ ਵਿੱਚ ਆਇਆ ਕਰੋ, ਤੁਸੀਂ ਆਏ ਨਹੀਂ। ਸੇਠ ਕਹਿਣ ਲੱਗਿਆ, ਅਸੀਂ ਜਵਾਕ ਵੀ ਪਾਲਨੇ ਆ, ਤੁਹਾਡੇ ਵਾਂਗੂ ਵਿਹਲੇ ਨਹੀਂ ਹੈਗੇ। ਭਾਵ ਭਗਤਾਂ ਨੂੰ, ਗੁਰਸਿੱਖਾਂ ਨੂੰ ਕਈ ਆਮ ਪੈਸੇ ਵਾਲੇ ਲੋਕ ਵਿਹਲਾ ਸਮਝਦੇ ਆ, ਵੀ ਤਾਂ ਵਿਹਲੀਆਂ ਖਾਂਦੇ ਆ। ਕਹੋ ਸਤਨਾਮ ਸ੍ਰੀ, ਵਿਹਲੇ ਹੀ ਆ ਇਹ, ਭਾਵੇਂ ਸਾਰਾ ਸਾਰਾ ਦਿਨ ਗੁਰਦੁਆਰੇ ਬੈਠੇ ਰਹਿਣ, ਸਾਡੇ ਕੋਲ ਕਿੱਥੇ ਟਾਈਮ, ਅਸੀਂ ਜਵਾਕ ਪਾਲਨੇ ਆ, ਅਸੀਂ ਆਪਦੇ ਧੰਦੇ ਕਰਨੇ ਆ, ਇਹ ਤਾਂ ਵਿਹਲੇ ਆ। ਕਬੀਰ ਸਾਹਿਬ ਜੀ ਨੂੰ ਸੇਠ ਕਹਿਣ ਲੱਗਿਆ, ਬਾਬਾ ਅਸੀਂ ਵਿਹਲੇ ਨਹੀਂ ਹੈਗੇ, ਅਸੀਂ ਦੁਕਾਨਦਾਰੀ ਵੀ ਕਰਨੀ ਆ, ਜਵਾਕ ਪਾਲਨੇ ਆ। ਪਰ ਭਗਤਾਂ ਦਾ ਸੁਭਾਅ ਹੁੰਦਾ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਜਾਂ ਭਗਤ ਜਿਹੜੇ ਆ, ਦੁਨੀਆ ਦਾ ਭਲਾ ਸੋਚ ਕੇ ਭਲੇ ਦੀ ਗੱਲ ਦੱਸਦੇ ਆ, ਇਸ ਕਰਕੇ ਗੁਰੂਆਂ ਦਾ, ਭਗਤਾਂ ਦਾ ਕੌਣ ਬੁਰਾ ਕਰ ਸਕਦਾ। ਤਾਂ ਭਗਤ ਜੀ ਨੇ ਜਦੋਂ ਵੀ ਲੰਘਣਾ, ਤੀਜੇ ਚੌਥੇ ਦਿਨ ਸੇਠ ਨੂੰ ਮਿਲਣਾ, ਰੁਕਣਾ, ਉਹਦੇ ਕੋਲ ਦੋ ਚਾਰ ਗੱਲਾਂ ਕਰਨੀਆਂ ਰੱਬ ਦੀਆਂ, ਅਤੇ ਉਹਨੇ ਅੱਗੋਂ ਬੈਠਣ ਵਾਸਤੇ ਵੀ ਨਾ ਕਹਿਣਾ, ਬਲਕਿ ਗੁੱਸੇ 'ਚ ਕਹਿਣਾ, ਅਸੀਂ ਵਿਹਲੇ ਨਹੀਂ ਹੈਗੇ, ਸਾਡੇ ਕੋਲ ਟਾਈਮ ਨਹੀਂ ਹੈਗਾ, ਤੂੰ ਆਪਣਾ ਕੰਮ ਕਰ। ਇੱਕ ਦਿਨ ਤਾਂ ਹੱਦ ਹੀ ਹੋ ਗਈ ਕਿ ਉਸ ਦੇ ਨੌਕਰ ਨੇ ਧੱਕਾ ਮਾਰਿਆ ਭਗਤ ਜੀ ਨੂੰ, ਅਤੇ ਭਗਤ ਜੀ ਫਿਰ ਮੁੜ ਕੇ ਨਾ ਰੁਕੇ ਉਹਦੇ ਕੋਲ, ਇਹਦੇ ਕਰਮ ਹੀ ਮਾੜੇ ਹੋਣਗੇ ਭਾਈ। ਸਮਾਂ ਬਤੀਤ ਹੁੰਦਾ ਗਿਆ, ਉਸੇ ਰੌ ਦੇ ਵਿੱਚ ਬੱਚੇ ਪਾਲਦਾ ਰਿਹਾ, ਦੁਕਾਨਦਾਰੀਆਂ ਕਰਦਾ ਰਿਹਾ। ਸਮਾਂ ਆਇਆ ਮੌਤ ਦਾ ਅਤੇ ਮਰ ਗਿਆ, ਅਤੇ ਮਰਨ ਵੇਲੇ ਫਿਰ ਫੁਰਨਾ ਬਣ ਗਿਆ, ਹਾਏ ਮੈਂ ਤਾਂ ਮਰ ਗਿਆ, ਬੱਚਿਆਂ ਨੂੰ ਸੌਦਾ ਕੌਣ ਲਿਆ ਕੇ ਦਿਓ ਥੋਕ ਦੀਆਂ ਦੁਕਾਨਾਂ ਤੋਂ। ਇਹ ਤਾਂ ਅਣਜਾਣ ਹੈ, ਇਹ ਤਾਂ ਮੂਰਖ ਹੈ। ਬੁੜਾ ਹੋਇਆ ਬੰਦਾ ਕਈ ਵਾਰੀ ਸੋਚਦਾ, ਮੈਂ ਹੀ ਸਿਆਣਾ, ਜਵਾਕਾਂ ਨੂੰ ਤਾਂ ਕੋਈ ਅਕਲ ਹੀ ਨਹੀਂ। ਇਹੀ ਸੋਚ ਉਹਦੇ ਅੰਦਰ ਪੈਦਾ ਹੋਈ, ਮਰਦੇ ਮਰਦੇ ਮੈਂ ਤਾਂ ਮਰ ਗਿਆ, ਜਵਾਕਾਂ ਨੂੰ ਸੌਦਾ ਕੌਣ ਲਿਆ ਕੇ ਦਿਓ। ਅਤੇ ਪਰਮੇਸ਼ਰ ਕਹਿੰਦੇ, ਚੰਗਾ ਫਿਰ ਜੇ ਸੌਦਾ ਹੀ ਢੋਣਾ ਹੈ ਤਾਂ ਫਿਰ ਤੈਨੂੰ ਬਲਦ ਬਣਾ ਦਿੰਦੇ ਆ, ਇਹਨਾਂ ਦੇ ਘਰੇ ਬਲਦ ਬਣ ਕੇ ਪੈਦਾ ਹੋ ਜਾ, ਇਹ ਗੱਡਾ ਬਣਾ ਲੈਣਗੇ ਅਤੇ ਸੌਦਾ ਢੋਈ ਜਾਈ। ਉਹੀ ਗੱਲ ਹੋਈ, ਇਹਨਾਂ ਦੇ ਘਰ ਵਿੱਚ ਇੱਕ ਗਾਂ ਸੀ ਰੱਖੀ ਹੋਈ, ਉਹਨਾਂ ਦਿਨਾਂ ਵਿੱਚ ਗਾਂ ਵੀ ਕਿਤੇ ਸੂਣ ਵਾਲੀ ਸੀ, ਅਤੇ ਪਰਮੇਸ਼ਰ ਨੇ ਉਹ ਸੇਠ ਦੀ ਰੂਹ ਕੱਢੀ ਅਤੇ ਗਾਂ ਦੇ ਪੇਟ ਵਿੱਚ ਬੱਚੇ 'ਚ ਪਾਤੀ। ਕਹੋ ਸਤਨਾਮ ਸੀ। ਗਾਂ ਸੂਈ, ਹੁਣ ਗਾਂ ਨੇ ਬੱਚਾ ਦਿੱਤਾ। ਜਿਸ ਵੇਲੇ ਘਰ ਵਿੱਚ ਬੜੀ ਖੁਸ਼ੀ ਹੋਈ, ਬੱਚਾ ਦਿੱਤਾ, ਬੱਚਾ ਦਿੱਤਾ। ਬਾਪੂ ਤਾਂ ਮਰ ਗਿਆ, ਹੁਣ ਇਹ ਬੱਚੇ ਨੂੰ ਬਲਦ ਬਣਾਵਾਂਗੇ, ਇਹ ਨਹੀਂ ਪਤਾ ਬਾਪੂ ਬੱਚੇ 'ਚ ਹੀ ਬੜਿਆ ਫਿਰਦਾ। ਕਹੋ ਸਤਨਾਮ ਸੀ। ਚੰਗਾ ਖੁਰਾਕਾਂ ਦੇ ਕੇ ਉਹ ਬੱਚੇ ਨੂੰ ਪਾਲਿਆ, ਵਹਿੜਕਾ ਬਣਿਆ, ਬਲਦ ਬਣਿਆ, ਅਤੇ ਬਲਦ ਬਣਾ ਕਰਕੇ ਗੱਡਾ ਲੈ ਲਿਆ ਅਤੇ ਗੱਡੇ ਜੋੜ ਲਿਆ। ਹੁਣ ਜਿਹੜੇ ਜਵਾਕ ਹੈ, ਗੱਡੇ 'ਤੇ ਸੌਦਾ ਲੱਦ ਕੇ ਲਿਆਉਂਦੇ ਆ ਬਾਜ਼ਾਰੋਂ, ਥੋਕ ਦੀਆਂ ਦੁਕਾਨਾਂ ਤੋਂ ਦੁਕਾਨ ਵਾਸਤੇ। ਭਾਅ ਢੋਂਦਾ ਢੋਂਦਾ ਇਹ ਬਲਦ ਵੀ ਬੁੱਢਾ ਹੋ ਗਿਆ, ਅਤੇ ਇੱਕ ਦਿਨ ਇਸ ਨੂੰ ਠਿੱਬੀ ਵੱਜੀ, ਠੇਡਾ ਵੱਜਿਆ ਅਤੇ ਬਲਦ ਡਿੱਗ ਪਿਆ, ਅਤੇ ਡਿੱਗਦੇ ਦੀ ਧੌਣ 'ਤੇ ਗੱਡੇ ਦਾ ਜੂਲਾ ਵੱਜਿਆ ਅਤੇ ਧੌਣ ਕੋਲੋਂ ਮਣਕਾ ਟੁੱਟ ਗਿਆ। ਹੁਣ ਜੇ ਹੱਡੀ ਟੁੱਟ ਜਾਵੇ ਰੀੜ੍ਹ ਦੀ, ਫਿਰ ਉੱਠਿਆ ਕਿੱਥੇ ਜਾਂਦਾ, ਅਤੇ ਬਲਦ ਤੋਂ ਉੱਠਿਆ ਨਾ ਜਾਵੇ। ਲੋਕ ਇਕੱਠੇ ਹੋ ਗਏ, ਗੱਡਾ ਚੱਕ ਕੇ ਪਾਸੇ ਕੀਤਾ, ਬਲਦ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਧੌਣ ਟੁੱਟ ਚੁੱਕੀ ਹੈ। ਬਲਦ ਬੜਾ ਜ਼ੋਰ ਲਾਉਂਦਾ, ਉੱਠਿਆ ਨਹੀਂ ਜਾਂਦਾ। ਆਰਾਂ ਲਾਉਂਦੇ ਆ, ਠੇਡੇ ਮਾਰਦੇ ਆ, ਨਹੀਂ ਉੱਠਿਆ ਜਾਂਦਾ। ਕੁਦਰਤੀ ਕਿਤੇ ਘੁੰਮਦੇ ਘੁਮਾਉਂਦੇ ਕਬੀਰ ਸਾਹਿਬ ਜੀ ਉੱਥੇ ਆ ਗਏ। ਇਕੱਠ ਜਿਹਾ ਵੇਖ ਕੇ ਕਬੀਰ ਸਾਹਿਬ ਵੀ ਚਲੇ ਗਏ। ਕਹਿੰਦੇ ਕੀ ਹੋ ਗਿਆ, ਕੀ ਹੋ ਗਿਆ? ਕਹਿੰਦੇ ਜੀ ਆ ਬਲਦ ਡਿੱਗ ਪਿਆ। ਹੁਣ ਸਾਨੂੰ ਕਿਹੜਾ ਦਿਸਦਾ, ਸਾਡੀ ਕਿਹੜਾ ਦਿਵ ਦ੍ਰਿਸ਼ਟੀ ਆ। ਭਗਤਾਂ ਦੀ, ਗੁਰੂਆਂ ਦੀ ਤਾਂ ਅੰਤਰਜਾਮਤਾ ਵਾਲੀ ਦ੍ਰਿਸ਼ਟੀ ਹੁੰਦੀ ਆ। ਭਗਤ ਜੀ ਨੂੰ ਕਹਿੰਦੇ ਜੀ ਆ ਬਲਦ ਡਿੱਗ ਪਿਆ, ਇਹਨੂੰ ਖੜ੍ਹਾ ਕਰਦੇ ਸੀ, ਲੱਗਦਾ ਇਹਦੀ ਧੌਣ ਟੁੱਟ ਗਈ। ਭਗਤ ਜੀ ਨੇ ਨਿਗਾਹ ਮਾਰੀ, ਕਹਿੰਦੇ ਦਿਵ ਦ੍ਰਿਸ਼ਟੀ ਦੇ ਨਾਲ, ਕਹਿੰਦੇ ਇਹ ਤਾਂ ਸੇਠਾਂ ਦਾ ਬਲਦ ਲੱਗਦਾ। ਕਹਿੰਦੇ ਹਾਂ ਜੀ।
क्योंकि उन्हें विचों देख लिया भी उही सेठ जी नूं मैं रोज़ कहना सी सत्संग विच आया करो, जिहड़ा कहना सी मैं वजन ढोना, मैं भार लियाउणा, मैं सौदा लियाउणा, दुकान दा असीं विहले नहीं हैगे, साडे कोले टाइम नहीं हैगा, तुसीं तां विहले हो। तो ये तो उही बल्द विच फसिया फिरदा। कहो सतनाम श्री। कबीर साहब जी कहते ठहरो मैं दो गल्लां करनियां इहदे नाल। बल्द दे सिर कोले जाके बह गए, कन्न कोले जाके बह गए, तो कन्न कोले बैठ के शब्द उचारदे न, ज्ञान सानू दिंदे है, कहंदे बल्द नूं है। चार पैर दोए सिंह गुंग मुख तब कैसे गुण गई है। हुण तेरे चार पैर है, दो सिंह है, मूँह गूंगा भाव बंदे वांगू बोल नहीं सकता। कहते हुण जे मैं तैनूं कहा नाम जप ला, हुण तां नहीं जपिया जांदा, जदों मैं तैनूं कहा सी नाम जप लै उदों तूं जपिया नहीं। कहो सतनाम श्री। ते हुण तूं किवें नाम जपेगा, हुण ढो भार। उदों मैं तैनूं कहंदा सीगा, आम जनता तां सुण के हैरान हुंदी है, बाबा की कमल मारी जांदा, पर बाबा कमल नहीं मारदा, बाबा सानूं सब नूं ज्ञान दे रिहा है। वो बल्द नूं कह रही है ढो भार। हुण तू कहंदा सी मैं सौदा लियाउणा, जवाक पालनी है, पाल। हुण खड़ा क्यों नहीं हुंदा? पर खड़ा कित्थे होवे। चार पैर दोए सिंह गुंग मुख तब कैसे गुण गई है। उठत बैठ ठेगा पर है, तब कत मूंड लुकई है। हर बिन बैल बिराने हुई है। नाम ना जपन करके बल्दां दी जूनी च पै गए हैं तूं। को सतनाम श्री। हर बिन बैल बिराने हुई है। सारो दिन सडोलत बन महिया, अजो न पेट गई है। हजे तेरा ढिड नहीं भरदा। सारा दिन जंगलों में डोलदा रहना है। को दो को भुस खाई है, टोकरा दो टोकरे तूड़ी पा देंदे है, तैनूं सारा दिन फिर भार ढोंदे है, ढोई चल। अखीर भगत जी ने कहते उत्थे बैठ के अरदास बेनती की कि महाराज कढ़ लो इसनूं, इस बहाने कढ़ लो कि मैनूं मिलिया सीगा। जेओ को जियो कहे उन्हां को जम की तलब ना होई। जमदूतां नूं बचा के उस बल्द दी रूह नूं उहदे विचों छड़ा दिता, उहदा उधार होया। तो इस करके जिन्हां ने परमेश्वर दे चरण फड़ ले उन्हां नूं विषय विकार पो नहीं सकदे। विखिया पोहे न सकई मिल साधु गुण गाहो। कबीर साहब जी की दृष्टि पै गई तो उसका उधार हो गया, वो बच गया। प्रीतम जी कहते जह ते उपजी तह मिली अखीर, वो जिमें बल्द की रूह निकल गई। तो भगत जी के अरदास बेनती करन ते वो परमेश्वर विच मिल गया जाके। भगत जी ने उसकी मुक्ति करवा दी। जह ते उपजी तह मिली सच्ची प्रीत समाहो। इस करके सानू भी कहते हैं सच्ची प्रीति पाओ मालक दे नाल ते उहदे विच मिल जाओ तुसीं भी। कई जन्म पै कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बिरख जोयो। मिल जगदीश मिलन की बरिया, चिरंकाल ए देह संजरिया। बड़े लंबे समय बाद तैनूं मनुखा जन्म दिता गया। मेरे प्रीतम जी कहते कर गहलीनी पार ब्रह्म, जिन्हां दी बांह मालक ने फड़ लई। बहुड़ न विछड़िया हो, वो रूहां फिर विछड़दियां नहीं, मतलब टेढ़ियां जूनां वल नहीं जांदियां। उन्हां दा जन्म सफला हुंदा है। जह ते उपजी तह मिली सच्ची प्रीत समाहो। ये सच्ची प्रीति का आनंद उन्हां नूं प्राप्त हुंदा है। करता पुरख उन्हां दी आत्मा विच प्रगट हो जाता है तो वो रूहां परमेश्वर विच मिल जांदियां। बंदे खोज दिन हर रोज ना फिर परेशानी माहे। ये जो दुनिया सेहर मेला दस्तगीरी नाहे, तू अपने आपे दी खोज कर। जिहड़े अपने अंदर चल जाते हैं उस दे स्वरूप विच मिल के उहदे विच अभेद हो जाते हैं। जिन्हां दी मालक बांह ने फड़ लई जग्यासू जनो, ये जीव रूप इस्त्री नूं जिन्हां ने मालक ने संभाल लिया। जिस तरह किसी बच्ची का पल्ला आपां बच्चे नूं फड़ा दिंने आ, फिर उहदी जिम्मेवारी हो जाती है। इस तरह जिहड़ियां रूहां गुरु वालियां बन जांदियां, फिर गुरु की जिम्मेवारी हो जाती है।
ਜਿਵੇਂ ਮਾਝੇ ਦੇ ਸਿੱਖਾਂ ਨੇ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੀ ਸਿੱਖ ਨਹੀਂ, ਤਾਂ ਗੁਰੂ ਦੀ ਜ਼ਿੰਮੇਵਾਰੀ ਖਤਮ ਹੋ ਗਈ। ਲਿਖਵਾਇਆ ਉਹਨਾਂ ਤੋਂ। ਜਦੋਂ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ ਤੁਹਾਨੂੰ ਗੁਰੂ ਨਹੀਂ ਮੰਨਦੇ, ਕਹਿੰਦੇ ਫਿਰ ਲਿਖ ਕੇ ਦੇ ਦਿਓ, ਕੱਲ੍ਹ ਨੂੰ ਲੋੜ ਪਈ ਤਾਂ ਮੈਂ ਵਿਖਾ ਤਾਂ ਦੇਵਾਂ ਵੀ ਆਹ ਦੇਖੋ ਕੀ ਲਿਖਿਆ। ਪਰ ਜਿਸ ਵੇਲੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਵੀ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ, ਗੁਰੂ ਤੋਂ ਬੇਦਾਵੇ ਹੋ ਗਏ ਅਤੇ ਹੁਣ ਸਾਨੂੰ ਸੰਭਾਲੂ ਕਿਹੜਾ, ਫਿਰ ਉਹਨਾਂ ਦੇ ਵਿੱਚੋਂ ਬੀਬੀ ਭਾਗ ਕੌਰ, ਮਾਈ ਭਾਗੋ ਜਿਹਨੂੰ ਪਿਆਰ 'ਚ ਆਪਾਂ ਕਹਿੰਦੇ ਹਾਂ, ਔਰ ਭਾਈ ਮਹਾਂ ਸਿੰਘ ਵਰਗੇ ਇਹਨਾਂ ਸਿੰਘਾਂ ਨੇ ਫਿਰ ਪਾਤਸ਼ਾਹ ਦਾ ਮਗਰਾ ਕੀਤਾ। ਪਾਤਸ਼ਾਹ ਦੇ ਪਿੱਛੇ ਪਿੱਛੇ ਚੱਲੇ, ਮੁਕਤਸਰ ਸਾਹਿਬ ਦੇ ਜੰਗ ਵਿੱਚ ਜਾ ਕੇ ਗੁਰੂ ਦੀ ਸੇਵਾ ਵਿੱਚ ਆਪਣੇ ਜੀਵਨ ਲਾ ਦਿੱਤੇ ਅਤੇ ਅਖੀਰ ਉਹ ਬੇਦਾਵੇ ਵਾਲਾ ਕਾਗਜ਼ ਸਤਿਗੁਰਾਂ ਦੇ ਕੋਲੋਂ ਮਹਾਂ ਸਿੰਘ ਨੇ ਪੜਵਾਇਆ ਵੀ ਮਹਾਰਾਜ ਜਿਹੜੇ ਮੇਰੇ ਸਾਥੀ ਮਰ ਗਏ, ਸ਼ਹੀਦ ਹੋ ਗਏ, ਇਹਨਾਂ ਨੂੰ ਸੱਚਖੰਡ ਵਿੱਚ ਵਾਸਾ ਨਹੀਂ ਮਿਲ ਰਿਹਾ। ਆਵਾਜ਼ਾਂ ਆਉਂਦੀਆਂ ਤੁਸੀਂ ਬੇਮੁਖ ਹੋ, ਤੁਸੀਂ ਬੇਗੁਰੇ ਹੋ, ਜਾਓ ਇੱਥੋਂ ਚਲੇ ਜਾਓ। ਅਤੇ ਜਿਸ ਵੇਲੇ ਗੁਰੂ ਨੇ ਬੇਦਾਵੇ ਵਾਲਾ ਕਾਗਜ਼ ਪਾੜ ਕੇ ਦੁਬਾਰਾ ਟੁੱਟੀ ਗੰਢੀ ਅਤੇ ਤੁਰੰਤ ਹੀ ਉਹਨਾਂ ਰੂਹਾਂ ਨੂੰ ਮਾਲਕ ਨੇ ਚਰਨੀ ਲਾ ਲਿਆ। ਪ੍ਰੀਤਮ ਜੀ ਕਹਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ, ਜਿਨ੍ਹਾਂ ਦਾ ਬਾਂਹ ਫੜ ਲਈ ਮਾਲਕ ਨੇ, ਬਹੁੜ ਨ ਵਿਛੜੀ ਆਹੋ, ਬ੍ਰਹਮ ਹੈ ਬ੍ਰਹਮ ਮਿਲਿਆ ਕੋਈ ਨ ਸਕੈ, ਭਿੰਨ ਕਰ ਬਲਰਾਮ ਜੀਓ। ਉਹ ਆਤਮਾ ਪਰਮਾਤਮਾ ਵਿੱਚ ਮਿਲ ਜਾਂਦੀਆਂ, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਆ। 12 ਮਾਹਾਂ ਦੇ ਆਰੰਭ 'ਚ ਲਿਖਿਆ ਸੀ ਆਪਣੀਆਂ ਗਲਤੀਆਂ ਕਰਕੇ ਜੀਵ ਸੰਸਾਰ ਦੇ ਚੱਕਰਾਂ 'ਚ ਪੈ ਗਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥਕੇ ਆਏ ਪ੍ਰਭ ਕੀ ਸਾਮ। ਵਾਰ ਜਾਉ ਲਖ ਵੇਰੀਆ, ਮੈਂ ਬਾਰ ਬਾਰ ਬਲਿਹਾਰੇ ਜਾਵਾਂ, ਐਸੇ ਸਤਿਗੁਰ ਤੋਂ ਜਿਸ ਨੇ ਸਾਨੂੰ ਮਾਲਕ ਵਿੱਚ ਮਿਲਾ ਦਿੱਤਾ, ਜਿਹੜਾ ਲੋਕ ਪਰਲੋਕ ਦਾ ਸਾਡਾ ਅਸਲੀ ਸੱਜਣ ਹੈ। ਹਰ ਸੱਜਣ ਅਗੰਮ ਅਗਾਹੋ, ਇੱਥੋਂ ਦਾ ਵੀ ਅਤੇ ਗਾਹਾਂ ਦਾ ਵੀ, ਦੋਹਾਂ ਲੋਕਾਂ ਦਾ ਜਿਹੜਾ ਮਿੱਤਰ ਹੈ ਗੁਰੂ, ਅਤੇ ਗੁਰੂ ਹੀ ਪਰਮੇਸ਼ਰ ਹੈ। ਗੁਰੂ ਦੇ ਦੋ ਰੂਪ ਹੈ, ਇੱਥੇ ਗੁਰੂ ਹੈ ਅਤੇ ਉੱਥੇ ਪਰਮੇਸ਼ਰ ਹੈ। ਇਹ ਕਿਹਾ ਸੀਗਾ ਸਾਈਂ ਮੀਆਂ ਮੀਰ ਨੇ ਸ਼ਾਹਜਹਾਂ ਨੂੰ, ਕਹਿੰਦਾ ਜਿਹਨੂੰ ਤੂੰ ਸਿੱਖਾਂ ਦਾ ਪੀਰ, ਸਿੱਖਾਂ ਦਾ ਗੁਰੂ ਮੰਨਦਾ ਨਾ, ਜਦੋਂ ਅਸੀਂ ਸਮਾਧੀ ਲਾਉਣੇ ਆ, ਸਮਾਧੀ ਵੀ ਜਾਂਦੇ ਹਾਂ, ਅਸੀਂ ਕੀ ਵੇਖਦੇ ਹਾਂ ਕਿ ਜਿਹੜਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਬਣ ਕੇ ਬੈਠਾ, ਇਹੀ ਸੱਚਖੰਡ ਵਿੱਚ ਪਰਮੇਸ਼ਰ ਹੈ, ਇਹੋ ਹੀ ਅੱਲਾ ਹੈ। ਅਤੇ ਕੱਲ੍ਹ ਨੂੰ ਮਰ ਕੇ ਸਰੀਰ ਤਿਆਗ ਕੇ ਇਹਦੇ ਕੋਲ ਜਾਣਾ, ਫਿਰ ਕਿਉਂ ਨਾ ਜਾਣ ਪਛਾਣ ਕਰ ਲਈਏ ਇੱਥੇ, ਕਿਉਂ ਨਾ ਅਸੀਂ ਉਹਦਾ ਪਿਆਰ ਸਤਿਕਾਰ ਕਰੀਏ। ਕੱਲ੍ਹ ਨੂੰ ਜਾਣਾ ਇਹਦੇ ਕੋਲ ਹੀ ਆ ਮਰ ਕੇ। ਹੁਣ ਜਿਨ੍ਹਾਂ ਦੀ ਅੱਖ ਖੁੱਲ੍ਹ ਗਈ, ਜਿਨ੍ਹਾਂ ਦਾ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਜਿਨ੍ਹਾਂ ਨੂੰ ਪਤਾ ਲੱਗ ਗਿਆ, ਉਹ ਫਿਰ ਕਿਵੇਂ ਭੁੱਲਣਗੇ। ਜਿਨ੍ਹਾਂ ਨੂੰ ਨਹੀਂ ਪਤਾ ਉਹ ਭਟਕਦੇ ਫਿਰਦੇ ਆ। ਮੇਰੇ ਪ੍ਰੀਤਮ ਜੀ ਕਹਿੰਦੇ ਬਾਹਰ ਜਾਉ ਲਖ ਬੇਰੀਆਂ, ਹਰ ਸੱਜਣ ਅਗੰਮ ਅਗਾਹੋ, ਐਸੇ ਦੋਹਾਂ ਲੋਕਾਂ ਦੇ ਮਾਲਕ ਤੋਂ ਬਲਿਹਾਰੇ ਜਾਵਾਂ, ਕੁਰਬਾਨ ਜਾਵਾਂ। ਸਰਮ ਪਈ ਨਾਰਾਇਣ, ਕਹਿਣ ਲੱਗੇ ਉਸ ਪਰਮੇਸ਼ਰ ਨੂੰ ਹੀ ਲੱਜਾ ਹੈ ਸਾਡੀ। ਜਿਸ ਵੇਲੇ ਗੁਰੂ ਪਿਆਰਿਓ ਇੱਕ ਬੇਅੰਤ ਹੀ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਮਨੁੱਖ ਨੇ, ਅਜਾਮਲ, ਗੁਰੂ ਪਿਆਰਿਓ ਅਜਾਮਲ ਰਾਜਾ, ਜਿਹੜਾ ਕਿ ਇੱਕ ਰਾਜੇ ਦਾ ਵਜ਼ੀਰ ਸੀਗਾ, ਅਜਾਮਲ ਬ੍ਰਾਹਮਣ ਸੀ। ਉਹਦਾ ਬਾਪ ਪਹਿਲਾਂ ਰਾਜੇ ਦਾ ਰਾਜ ਬ੍ਰਾਹਮਣ ਸੀਗਾ, ਰਾਜਗੁਰੂ ਸੀ। ਫਿਰ ਉਹ ਬੱਚੇ ਨੂੰ ਡਿਊਟੀ ਦੇ ਦਿੱਤੀ, ਉਹ ਗੁਜ਼ਰ ਗਿਆ ਉਹਦਾ ਬਾਪੂ। ਪਰ ਉਸ ਦਾ ਲੜਕਾ ਜਿਹੜਾ ਸੀਗਾ ਉਹ ਬੇਸਵਾਵਾਂ ਦੇ ਚੱਕਰ 'ਚ ਪੈ ਗਿਆ। ਬਸ ਫਿਰ ਅੱਗੇ ਤੋਂ ਅੱਗੇ ਸਾਰੇ ਵਿਕਾਰੀ ਆ ਜਾਂਦੇ ਆ। ਪਹਿਲਾਂ ਬੇਸਵਾ ਦੇ ਜਾਣ ਲੱਗਿਆ, ਫਿਰ ਨਸ਼ੇ ਪੀਣ ਲੱਗਿਆ, ਸ਼ਰਾਬਾਂ ਪੀਣ ਲੱਗਿਆ। ਰਾਜੇ ਨੂੰ ਪਤਾ ਲੱਗਿਆ ਅਤੇ ਰਾਜੇ ਨੂੰ ਲਾਜ ਹੈ, ਉਹਦਾ
ਕੁਲ ਗੁਰੂ ਉਹਦਾ ਰਾਜਗੁਰੂ ਜੇ ਇਸੇ ਵਿਸ਼ੇ ਵਿਕਾਰੀ ਬੰਦਾ ਹੋਵੇ ਉਹਨੂੰ ਬੜਾ ਸਮਝਾਇਆ ਵੀ ਪੋਤੇ ਕੰਮ ਛੱਡ ਦੇ, ਤੇਰੇ ਬਾਪੂ ਦਾ ਨਾਮ ਬਣਿਆ ਹੋਇਆ, ਤੂੰ ਇਹ ਪੁੱਠੇ ਕੰਮ ਛੱਡ ਕੇ ਨਾ ਸਿੱਧੀ ਡਿਊਟੀ ਕਰ। ਪਰ ਉਹ ਨਾ ਮੰਨਿਆ, ਬੇਸਵਾ ਦੇ ਚੱਕਰ 'ਚ ਐਸਾ ਫਸਿਆ, ਅਖੀਰ ਰਾਜੇ ਨੇ ਉਸ ਨੂੰ ਆਪਣੇ ਰਾਜ ਵਿੱਚੋਂ ਕੱਢ ਦਿੱਤਾ। ਕਹਿੰਦੇ ਚਲਿਆ ਜਾ, ਪਰਿਵਾਰ ਲੈ ਕੇ ਆਪਦੀ ਘਰਵਾਲੀ ਬੇਸਵਾ ਨਾਲ ਲੈ ਜਾ, ਚਲਿਆ ਜਾ, ਮੇਰੇ ਰਾਜ ਵਿੱਚ ਦਿਸਣਾ ਨਹੀਂ ਚਾਹੀਦਾ। ਰਾਜ 'ਚੋਂ ਕੱਢਤਾ, ਜੰਗਲਾਂ ਵਿੱਚ ਜਾ ਕੇ ਰਹਿਣ ਲੱਗੇ ਆ। ਉੱਥੇ ਰਹਿੰਦੇ ਆ, ਕੰਦ ਮੂਲ ਖੱਖੜੀ ਕਰੇਲਾ ਜੋ ਜੰਗਲ 'ਚੋਂ ਮਿਲਦਾ ਉਹ ਖਾ ਕੇ ਟਾਈਮ ਟਪਾਉਂਦੇ ਆ। ਇਸ ਦੌਰਾਨ ਇਹਦੇ ਬੱਚੇ ਵੀ ਜਨਮ ਲੈਂਦੇ ਆ, 6-7 ਬੱਚੇ ਹੋ ਗਏ। 7ਵਾਂ ਬੱਚਾ ਛੋਟਾ ਸਭ ਤੋਂ। ਅਤੇ ਇਸ ਨੂੰ ਕਿਤੇ ਜੰਗਲ ਵਿੱਚ ਕੋਈ ਫਕੀਰ ਮਿਲਿਆ ਅਤੇ ਫਿਰ ਫਕੀਰ ਨੂੰ ਕਹਿੰਦਾ, ਬਾਬਾ ਜੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ, ਮੈਂ ਰਸਾਂ ਕਸਾਂ ਦੇ ਕਾਰਨ ਵਿਸ਼ੇ ਵਿਕਾਰਾਂ ਵਿੱਚ ਫਸ ਗਿਆ ਅਤੇ ਆਹ ਹਾਲਤ ਹੋ ਗਈ, ਹੁਣ ਮੇਰਾ ਉਧਾਰ ਕਿਵੇਂ ਹੋਊਗਾ? ਉਹ ਫਕੀਰ ਕਹਿੰਦਾ ਤੇਰਾ ਉਧਾਰ ਨਹੀਂ ਹੋ ਸਕਦਾ। ਹੁਣ ਜੇ ਮੈਂ ਤੈਨੂੰ ਕਹਾਂ ਵੀ ਤੂੰ ਨਾਮ ਜਪਿਆ ਕਰ, ਤੂੰ ਕਿਹੜਾ ਨਾਮ ਜਪੇਂਗਾ? ਤੂੰ ਰਾਜੇ ਦੇ ਕਹੇ ਤੋਂ ਨਹੀਂ ਇਹ ਗੱਲ ਛੱਡੀ ਅਤੇ ਹੁਣ ਮੇਰੇ ਕਹੇ ਤੂੰ ਕਿੱਥੇ ਮੰਨੇਗਾ? ਲੇਲੜੀਆਂ ਕੱਢਣ ਲੱਗੇ ਆ, ਮਿੰਨਤਾਂ ਕਰਨ ਲੱਗੇ ਆ। ਕਹਿੰਦਾ ਮਹਾਰਾਜ ਕੋਈ ਨਾ ਕੋਈ ਤਾਂ ਜੁਗਤੀ ਦੱਸੋ। ਕਹਿੰਦੇ ਇੱਕੋ ਹੀ ਜੁਗਤੀ ਆ, ਆਪਦੇ ਬੱਚੇ ਦਾ ਨਾਮ ਨਰੈਣ ਰੱਖ ਲਾ। ਆਪਦੇ ਬੱਚੇ ਦਾ ਨਾਮ, ਛੋਟੇ ਬੱਚੇ ਦਾ ਨਾਮ ਨਰੈਣ ਰੱਖ ਲਾ, ਉਹਨੂੰ ਨਰੈਣ ਕਹਿ ਕੇ ਬੁਲਾਇਆ ਕਰ, ਜੇ ਤੇਰਾ ਭਲਾ ਹੋ ਜਾਵੇ। ਤੋ ਜੁਗਤੀ ਦੱਸ ਗਏ ਸਾਧੂ। ਹੁਣ ਛੋਟੇ ਬੱਚੇ ਨੂੰ ਨਰੈਣ ਕਹਿ ਕੇ ਆਵਾਜ਼ ਮਾਰਦਾ, ਜਦੋਂ ਆਵਾਜ਼ ਮਾਰਦਾ ਨਰੈਣ ਕਹਿ ਕੇ ਬੁਲਾਉਂਦਾ। ਅਖੀਰ ਇਹਦਾ ਮੌਤ ਦਾ ਸਮਾਂ ਨੇੜੇ ਆਇਆ, ਜਮਦੂਤਾਂ ਨੇ ਵਿਖਾਈ ਦਿੱਤੀ। ਉਹਨਾਂ ਤੋਂ ਡਰਦਾ ਹੋਇਆ ਫਿਰ ਰੌਲਾ ਪਾਉਣ ਲੱਗਿਆ, ਨਰੈਣ ਬਚਾਓ, ਨਰੈਣ ਬਚਾ। ਆਵਾਜ਼ਾਂ ਭਾਵੇਂ ਬੱਚੇ ਨੂੰ ਮਾਰਦਾ ਪਰ ਸ਼ਰਮ ਪਈ, ਨਾਰਾਇਣ ਹੈ ਉਹ, ਪਰਮੇਸ਼ਰ ਦਾ ਨਾਮ ਨਰਾਇਣ ਆ। ਉਹਨੂੰ ਸ਼ਰਮ ਆਈ, ਉਹਨੂੰ ਲਾਜ ਆਈ ਵੀ ਯਾਰ ਜਮਦੂਤ ਲੈਣ ਗਏ ਆ ਅਤੇ ਮੈਨੂੰ ਸੱਦੀ ਜਾਂਦਾ, ਮੇਰਾ ਨਾਮ ਲੈਂਦਾ। ਦੁਨੀਆ ਨੂੰ ਕੀ ਪਤਾ ਕਿਹੜੇ ਨਰਾਇਣ ਦੀ ਗੱਲ ਕਰਦੇ ਆ, ਲਾਜ ਤਾਂ ਮੇਰੇ ਨਾਮ ਨੂੰ ਲੱਗੀ ਨਾ। ਭਾਵੇਂ ਕਿ ਆਪਦੇ ਛੋਟੇ ਬੱਚੇ ਨੂੰ ਨਰੈਣ ਕਹਿ ਕੇ ਆਵਾਜ਼ਾਂ ਮਾਰਦਾ ਹੈ, ਪਰ ਪਰਮੇਸ਼ਰ ਨੂੰ ਲਾਜ ਆਈ। ਅਖੀਰ ਵੇਲੇ ਜਿਸ ਵੇਲੇ ਜਮਦੂਤ ਲੈਣ ਗਏ ਅਤੇ ਨਰੈਣ ਆਵਾਜ਼ਾਂ ਮਾਰੀਆਂ ਅਤੇ ਜਮਦੂਤ ਮੁੜ ਗਏ। ਕਹਿੰਦੇ ਯਾਰ ਇਹ ਤਾਂ ਰੱਬ ਦਾ ਭਗਤ ਲੱਗਦਾ, ਇਹ ਤਾਂ ਨਰੈਣ ਨਰੈਣ ਕਰੀ ਜਾਂਦਾ ਹੈ, ਆਪਾਂ ਕਿੱਥੇ ਆ ਗਏ, ਗਲਤ ਆ ਗਏ ਲੱਗਦਾ। ਜਮਦੂਤ ਮੁੜ ਗਏ, ਫਿਰ ਦੇਵ ਲੋਕ ਦੇ ਦੇਵ ਆਏ, ਉਸ ਰੂਹ ਨੂੰ ਸੱਚਖੰਡ ਲੈ ਗਏ। ਕਹੋ ਸਤਨਾਮ। ਨਾਮ ਜਪਣ ਦੀ ਜੁਗਤੀ ਸੰਤ ਬਤਾ ਦੇਣਗੇ। ਸਾਧੂਆਂ ਕੋਲੇ, ਨਾਮ ਜਪਣ ਵਾਲਿਆਂ ਕੋਲੇ ਕੋਈ ਨਾ ਕੋਈ ਜੁਗਤੀ ਜ਼ਰੂਰ ਹੁੰਦੀ ਹੈ। ਉਹ ਤੋਤੇ ਦੀ ਕਹਾਣੀ ਸੁਣੀ ਹੋਣੀ ਹੈ ਤੁਸੀਂ। ਇੱਕ ਸੇਠ ਨੇ ਤੋਤਾ ਰੱਖਿਆ, ਨਾਮ ਰੱਖਿਆ ਉਹਦਾ ਗੰਗਾ ਰਾਮ। ਉਹਨੂੰ ਪ੍ਰਸ਼ਾਦਾ ਪਾਉਂਦਾ ਜਾ ਕੇ, ਕੋਲੇ ਬੈਠ ਕੇ ਨਾਲੇ ਕਹਿੰਦਾ ਗੰਗਾ ਰਾਮ ਕਹੋ ਰਾਮ ਰਾਮ। ਉਹ ਤੋਤਾ ਵੀ ਖਾਂਦਾ ਖਾਂਦਾ ਰਾਮ ਰਾਮ ਕਹੀ ਜਾਂਦਾ। ਹੁਣ ਇਹ ਸਾਧ ਜਿਹੜਾ ਹੈ, ਸੇਠ ਜਿਹੜਾ ਕਿਸੇ ਸਾਧ ਕੋਲੇ ਵੀ ਜਾਂਦਾ ਸੀਗਾ। ਕਹਿੰਦੇ ਇੱਕ ਦਿਨ ਉਹ ਤੋਤਾ ਕਹਿਣ ਲੱਗਿਆ ਸਾਧੂ ਨੂੰ ਪੁੱਛ ਕੇ ਤਾਂ ਯਾਰ ਮੇਰੀ ਮੁਕਤੀ ਕਿਵੇਂ ਹੋ, ਮੈਂ ਵੀ ਤਾਂ ਪਿੰਜਰੇ 'ਚ ਬੈਠਾ। ਤਾਂ ਗੁਰੂ ਪਿਆਰਿਓ ਕਹਿੰਦੇ ਉਹ ਸੇਠ ਨੇ ਜੇ ਸਾਧੂ ਕੋਲੇ ਜਾਂਦਾ ਸੀਗਾ, ਉਹਨੂੰ ਕਹਿਣ ਲੱਗਿਆ ਬਾਬਾ ਜੀ ਅਸੀਂ ਇੱਕ ਤੋਤਾ ਰੱਖਿਆ, ਅੱਜ ਉਹਨੇ ਤੁਹਾਨੂੰ ਇੱਕ ਸਵਾਲ ਪੁੱਛਿਆ ਕਿ ਉਹ ਕਹਿਣ ਲੱਗਿਆ ਵੀ ਯਾਰ ਮੇਰੀ ਮੁਕਤੀ ਦੀ ਗੱਲ ਵੀ ਤਾਂ ਪੁੱਛ ਕੇ ਆ, ਮੇਰੀ ਮੁਕਤੀ ਕਿਵੇਂ ਹੋਊਗੀ, ਤੂੰ ਮੈਨੂੰ ਪਿਆਰ ਕਰਦਾ, ਮੇਰੀ ਮੁਕਤੀ ਦੀ ਗੱਲ ਕਰਕੇ ਆਈ। ਜਦੋਂ ਸੇਠ ਨੇ ਇਹ ਗੱਲ ਪੁੱਛੀ ਤੇ ਬੈਠਾ ਬੈਠਾ ਸਾਹ ਲੁਟਕ ਗਿਆ, ਜਿਵੇਂ ਕੋਈ ਬੇਹੋਸ਼ ਹੋ ਕੇ ਡਿੱਗ ਪਵੇ। ਹੱਥ ਪੈਰ ਮੋੜ ਲਏ, ਸੇਵਾਦਾਰ ਭੱਜੇ, ਤਲੀਆਂ ਮਲੀਆਂ ਹੱਥਾਂ ਪੈਰਾਂ ਦੀਆਂ, ਕੀ ਹੋ ਗਿਆ ਕੀ ਹੋ ਗਿਆ, ਤਲੀਆਂ ਤੁਲੀਆਂ ਮਲੀਆਂ ਤੇ ਸਾਧ ਉੱਠ ਕੇ ਬਹਿ ਗਿਆ। ਔਰ ਸੇਠ ਸੋਚਦਾ ਮੈਂ ਕਿਹੋ ਜਿਹਾ ਪ੍ਰਸ਼ਨ ਪੁੱਛ ਲਿਆ, ਇਹਨੂੰ ਕੀ ਹੋ ਗਿਆ ਮੇਰੇ ਪੁੱਛਣ 'ਤੇ, ਇਹ ਤਾਂ ਮਰ ਹੀ ਗਿਆ ਸੀਗਾ, ਚਲੋ ਬਚ ਗਿਆ, ਹੁਣ ਨਹੀਂ ਪੁੱਛਦੇ। ਵਾਪਸ ਦੂਜੇ ਦਿਨ ਤੋਤੇ ਕੋਲੇ ਪਹੁੰਚਿਆ ਲੈ ਕੇ ਚੂਰੀ, ਗੰਗਾ ਰਾਮ ਕਹੋ ਰਾਮ ਰਾਮ, ਚੂਰੀ ਖਵਾਈ ਉਹਨੂੰ। ਤੋਤਾ ਕਹਿੰਦਾ ਮੇਰੇ ਬਾਰੇ ਪੁੱਛਿਆ ਸੀ? ਕਹਿੰਦੇ ਪੁੱਛਿਆ ਸੀ ਯਾਰ। ਕਾਹਦਾ ਪੁੱਛਿਆ ਸੀਗਾ? ਜਦੋਂ ਤੇਰਾ ਸਵਾਲ ਦੱਸਿਆ ਸਾਧ ਮਰ ਹੀ ਗਿਆ ਸੀਗਾ, ਡਿੱਗ ਪਿਆ ਬੇਹੋਸ਼ ਹੋ ਕੇ। ਜਦੋਂ ਤੋਤੇ ਨੂੰ ਗੱਲ ਦੱਸੀ ਤੋਤਾ ਡਿੱਗ ਪਿਆ। ਕਹੋ ਸਤਨਾਮ ਸੀ। ਤੋਤਾ ਵੀ ਘੁੰਡ ਮੋੜ ਗਿਆ, ਸਾਹ ਰੋਕ ਲਿਆ ਤੋਤੇ ਨੇ, ਕਿਉਂਕਿ ਜੁਗਤੀ ਦੀ ਤੋਤੇ ਨੂੰ ਸਮਝ ਆ ਗਈ ਵੀ ਤੂੰ ਮਰ ਜਾ ਜੇ ਨਿਕਲਣਾ ਤਾਂ ਇਹ 'ਚੋਂ।
ਉਹ ਸੇਠ ਕਹਿੰਦਾ ਆਹ ਕੀ ਗੱਲ ਹੋਈ, ਉੱਥੇ ਸਾਧ ਡਿੱਗ ਪਿਆ, ਇੱਥੇ ਇਹ ਡਿੱਗ ਪਿਆ। ਉਹਨੇ ਤੋਤਾ ਹੱਥ 'ਚ ਫੜ ਕੇ ਬਾਹਰ ਕੱਢਿਆ, ਦੋਨਾਂ ਹੱਥਾਂ 'ਤੇ ਇੱਦਾਂ ਕਰਕੇ ਵੇਖਦਾ ਵੀ ਮਰ ਗਿਆ ਕਿ ਜਿਉਂਦਾ। ਧੌਣ ਸੱਟਦੀ ਤੋਤੇ ਨੇ, ਸਿੱਧੀ ਨਹੀਂ ਕਰਦਾ। ਉਹਨੇ ਵੇਖਿਆ ਵੀ ਤਾਂ ਮਰ ਗਿਆ, ਵੀ ਮਰਿਆ ਹੋਇਆ ਚਲਾ ਕੇ ਮਾਰਦਾ। ਕਹਿੰਦਾ ਰਾਮ ਨਾਮ ਸੱਤ ਹੈ। ਜਦੋਂ ਪਰੇ ਸਿੱਟਿਆ ਤੋਤਾ ਉੱਡ ਕੇ ਟਾਹਣੀ 'ਤੇ ਬਹਿ ਗਿਆ। ਕਹਿੰਦਾ ਰਾਮ ਨਾਮ ਤਾਂ ਸੱਤ ਹੈ, ਚਾਬੀ ਸੰਤਾਂ ਦੇ ਹੱਥ ਹੈ। ਕਹੋ ਸਤਨਾਮ, ਕੁੰਜੀ ਸੰਤਾਂ ਦੇ ਹੱਥ ਹੈ। ਸਾਧੂ ਦੱਸ ਦਿੰਦੇ ਹੈ ਕਿਵੇਂ ਮੁਕਤ ਹੋਣਾ। ਕਹੋ ਸਤਨਾਮ ਸ੍ਰੀ। ਜਿਹੜੀ ਤੂੰ ਗੱਲ ਸਾਧ ਨੂੰ ਪੁੱਛੀ ਸੀ, ਉਹਨੇ ਕਿਹਾ ਸੀ ਆ ਮਰ ਜਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੈਂ ਮਰ ਗਿਆ ਤੇ ਮੈਂ ਬੇਖਜਾਦ ਹੋ ਗਿਆ। ਤਾਂ ਕਹਿਣ ਤੋਂ ਭਾਵ ਹੈ ਸ਼ਰਮ ਪਈ ਨਾਰਾਇਣੇ, ਨਾਨਕ ਦਰ ਪਈ ਆਹੋ। ਜਿਹੜੀਆਂ ਉਹਦੇ ਦਰ 'ਤੇ ਰੂਹਾਂ ਮਰ ਜਾਂਦੀਆਂ, ਜਿਹੜੇ ਆਪਣੇ ਆਪ ਨੂੰ ਮੁਰਦਾ ਕਲੀਅਰ ਕਰ ਲੈਂਦੇ ਹੈ, ਭਾਵ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਮੁਤਾਬਕ ਚੱਲ ਪੈਂਦੇ ਆ, ਜਿਹੜੇ ਆਪਣੀ ਸੋਚ ਨੂੰ ਛੱਡ ਕੇ ਗੁਰਮਤਿ ਅਨੁਸਾਰ ਜਿਹੜੇ ਚੱਲਦੇ ਹਨ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਫਿਰ ਬਖਸ਼ੇ ਜਾਂਦੇ ਆ, ਉਹ ਮੁਕਤ ਹੋ ਜਾਂਦੇ ਹੈ। ਸ਼ਰਮ ਪਈ ਨਾਰਾਇਣੇ, ਨਾਨਕ ਦਰ ਪਈ ਆਹੋ। ਤੇ ਅਜਾਮਲ ਨੇ ਵੀ ਜਦ ਅੰਤ ਵੇਲੇ ਨਾਰਾਇਣ ਨੂੰ ਆਵਾਜ਼ਾਂ ਮਾਰੀਆਂ, ਚਾਹੇ ਆਪਦੇ ਬੱਚੇ ਨੂੰ ਮਾਰੀਆਂ, ਪਰ ਰੱਬ ਨੇ ਆਪਣੇ ਨਾਮ ਦੀ ਲਾਜ ਰੱਖਣ ਵਾਸਤੇ ਇਹਨੂੰ ਬਚਾਉਣਾ ਕੀਤਾ। ਉਸ ਵੇਲੇ ਜਮਦੂਤਾਂ ਤੋਂ ਤੇ ਆਪਣੇ ਵਿੱਚ ਮਿਲਾ ਲਿਆ। ਪੋਖ ਸੁਹੰਦਾ ਸਰਬ ਸੁਖ, ਆ ਪੋਹ ਦਾ ਮਹੀਨਾ ਜਿਹੜਾ ਬੜਾ ਦੁਖਦਾਈ ਹੈ, ਉਹ ਨਾਮ ਜਪਣ ਵਾਲਿਆਂ ਨੂੰ ਦੁੱਖ ਨਹੀਂ ਦੇ ਸਕਦਾ। ਭਾਵ ਸੰਸਾਰ ਦੇ ਜਿੰਨੇ ਵੀ ਦੁੱਖ ਹਨ ਉਹ ਨਾਮ ਜਪਿਆਂ ਨਹੀਂ ਵਿਆਪਦੇ। ਕਹੋ ਸਤਨਾਮ ਸ੍ਰੀ। ਸਾਡੇ ਸਾਹਮਣੇ ਭਾਈ ਤਾਰੂ ਜੀ ਨਾਮ ਜਪਣ ਵਾਲੀ ਰੂਹ, ਦੁਸ਼ਟ ਨੇ ਹੁਕਮ ਦਿੱਤਾ, ਜਿਹੜਾ ਕਹਿੰਦਾ ਰੋਜ਼ ਅਰਦਾਸ ਵਿੱਚ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਜੇ ਕੇਸ ਹੀ ਕੱਟੋ ਪਹਿਲਾਂ, ਸਿੱਖੀ ਤੋਂ ਬਾਹਰ ਕਰੋ। ਪਰ ਜਿਸ ਵੇਲੇ ਉਹਦੇ ਕੇਸ ਕੱਟਣ ਵਾਲੇ ਜਲਾਦ ਆਏ ਤੇ ਜਲਾਦਾਂ ਨੂੰ ਪਰਮੇਸ਼ਰ ਨੇ ਪਤਾ ਨਹੀਂ ਕੀ ਤਜਰਬਾ ਦਿਖਾਇਆ, ਉਹ ਕੇਸਾਂ ਨੂੰ ਕੈਂਚੀ ਨਹੀਂ ਲਾ ਸਕੇ। ਕਹੋ ਸਤਨਾਮ ਸ੍ਰੀ। ਕਬੀਸ਼ਰਾਂ ਨੇ ਗਾ ਦਿੱਤਾ, ਕੇਸ ਲੋਹੇ ਦੀਆਂ ਤਾਰਾਂ ਬਣ ਗਏ, ਕੈਂਚੀ ਤੋਂ ਨਹੀਂ ਕੱਟੀ ਦੇ। ਐਸੀ ਗੱਲ ਨਹੀਂ ਹੈ। ਅਸਲ ਦੇ ਵਿੱਚ ਉਹਨਾਂ ਆਪਣੇ ਜਲਾਦਾਂ ਨੂੰ ਕੁਛ ਦਿਸਿਆ ਉੱਥੇ ਕਿ ਉਹ ਸਿੱਖ ਦੀ ਜਿਹੜੀ ਹੈ ਕੇਸ ਕੱਟਣ ਤੋਂ ਪਿੱਛੇ ਹਟ ਗਏ। ਉਹ ਕਹਿੰਦੇ ਸਾਥੋਂ ਇਹਦੇ ਕੇਸ ਨਹੀਂ ਕੱਟੇ ਜਾਂਦੇ। ਉਹ ਕਹਿੰਦੇ ਕੇਸ ਨਹੀਂ ਕੱਟੇ ਜਾਂਦੇ ਕਿਉਂਕਿ ਸਿੰਘ ਅਰਦਾਸ ਕਰ ਬੈਠਾ, ਮਹਾਰਾਜ ਕਿਰਪਾ ਕਰੋ, ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭੇ, ਮੌਤ ਭਾਵੇਂ ਹੋ ਜੇ ਪਰ ਮੌਤ ਤੋਂ ਪਹਿਲਾਂ ਕੇਸ ਨਾ ਕੱਟੇ ਜਾਣ ਮੇਰੇ। ਤੇ ਗੁਰੂ ਨੇ ਵੀ ਲਾਜ ਰੱਖੀ। ਐਸਾ ਕੋਈ ਡਰ ਵਿਖਾਇਆ ਉਹਨਾਂ ਜਲਾਦਾਂ ਨੂੰ, ਉਹ ਪਿੱਛੇ ਹਟ ਗਏ, ਕੇਸ ਨਹੀਂ ਕੱਟ ਸਕੇ। ਅਖੀਰ ਦੁਸ਼ਟ ਕਹਿਣ ਲੱਗੇ ਆਦੀ ਖੋਪੜੀ ਲਾ ਦਿਓ ਸਣੇ ਕੇਸ। ਕਹਿੰਦੇ ਆਹ ਵਧੀਆ ਗੱਲ ਹੈ, ਖੋਪੜੀ ਲਾ ਦਿਓ, ਧੌਣ ਵੱਢ ਦਿਓ, ਪੋਟਾ ਪੋਟਾ ਕੱਟ ਦਿਓ, ਬੰਦ ਬੰਦ ਕੱਟ ਦਿਓ, ਪਰ ਕੇਸਾਂ ਨੂੰ ਕੈਂਚੀ ਤਾਂ ਨਹੀਂ ਲੱਗੀ। ਜਿਉਂਦੇ ਜਿਉਂਦੇ ਗੁਰੂ ਦਾ ਬਚਨ ਮੰਨਿਆ ਗਿਆ। ਤਾਂ ਚੌਂਕੜਾ ਮਾਰ ਕੇ ਸਿੰਘ ਖੋਪੜੀ ਲਵਾ ਰਿਹਾ ਹੈ। ਖੋਪੜੀ ਲਾਹੀ ਜਾ ਰਹੀ ਹੈ, ਪਰ ਗੁਰੂ ਦੇ ਪਿਆਰ ਵਿੱਚ ਉਸ ਦਾ ਦਰਦ ਫੀਲ ਨਹੀਂ ਹੋ ਰਿਹਾ। ਪੋਖ ਸੁਹੰਦਾ, ਉਹ ਦੁੱਖ ਵੀ ਉਸ ਨੂੰ ਸੁੱਖ ਵਿਆਪਦਾ। ਗੁਰੂ ਦੇ ਪਿਆਰ ਵਿੱਚ ਬਲਿਹਾਰੇ ਜਾ ਰਿਹਾ ਹੈ, ਇੱਕ ਨਵੇਂ ਤਰੀਕੇ ਦੀ ਮੌਤ ਪ੍ਰਾਪਤ ਕਰ ਰਿਹਾ ਉਹ। ਪਰ ਹਜੇ ਉਹਦਾ ਸਮਾਂ ਨਹੀਂ ਆਇਆ ਸਰੀਰ ਤਿਆਗਣ ਦਾ, ਇਸ ਕਰਕੇ ਖੋਪੜੀ ਲਾਹ ਦਿੱਤੀ, ਸਣੇ ਕੇ ਇਸ ਪਾਸੇ ਰੱਖਤੀ। ਤੇ ਉਧਰ ਪਰਮੇਸ਼ਰ ਨੇ ਕਿਰਪਾ ਕੀਤੀ, ਉਹ ਰਾਜੇ ਦੇ ਪੇਟ ਵਿੱਚ ਪਾਣੀ ਰੁਕ ਗਿਆ, ਬੰਨ ਪੈ ਗਿਆ, ਬਾਥਰੂਮ ਨਹੀਂ ਆਉਂਦਾ। ਕਹੋ ਸਤਨਾਮ ਸ੍ਰੀ। 2-4 ਦਿਨ ਤਾਂ ਬੜਾ ਹੰਕਾਰ ਸੀ, ਜਦੋਂ ਪੇਟ ਫੁੱਲ ਗਿਆ, ਫਟਣ ਤੇ ਹੋਇਆ। ਫਿਰ ਆਪਣੇ ਵਜ਼ੀਰਾਂ ਨੂੰ ਕਹਿੰਦਾ ਜਾਓ ਯਾਰ ਕੋਈ ਵੈਦ ਵੂਦ ਸੱਦੋ, ਆ ਕੀ ਹੋ ਗਿਆ, ਬੰਨ ਪੈ ਗਿਆ। ਬੜੇ ਵੈਦ ਸੱਦੇ, ਦਵਾਈਆਂ ਲਈਆਂ, ਪਰ ਨਾ ਖੁੱਲਿਆ। ਕੋਈ ਸਿਆਣਾ ਵਜ਼ੀਰ ਕਹਿਣ ਲੱਗਿਆ, ਰਾਜਾ ਸਾਹਿਬ, ਸੂਬੇਦਾਰ ਜੀ, ਤੁਸੀਂ ਉਹ ਸਿੱਖ ਤੋਂ ਮਾਫੀ ਮੰਗ ਲਓ। ਜਿੰਨਾ ਚਿਰ ਤੁਸੀਂ ਮਾਫੀ ਨਹੀਂ ਮੰਗਦੇ ਤੁਹਾਡਾ ਇਹ ਦੁੱਖ ਨਹੀਂ ਦੂਰ ਹੋਣਾ। ਕਹਿੰਦਾ ਜਾਓ ਯਾਰ, ਉਹਨੂੰ ਕਹੋ ਮੈਨੂੰ ਬਖਸ਼ ਦੇਵੇ, ਮਾਫ ਕਰ ਦੇਵੇ, ਮੈਥੋਂ ਗਲਤੀ ਹੋ ਗਈ ਲੋਕਾਂ ਦੇ ਮਗਰ ਲੱਗ ਕੇ। ਉਹਦੇ ਬੰਦੇ ਆਏ, ਤਾਰੂ ਸਿੰਘ ਦੇ ਸਾਥੀਆਂ ਕੋਲੇ, ਮਿੱਤਰਾਂ ਦੋਸਤਾਂ ਕੋਲੇ, ਤਾਰੂ ਸਿੰਘ ਕੋਲੇ ਆਏ। ਬਈ ਰਾਜਾ ਮਾਫੀ ਮੰਗਦਾ, ਕਹਿੰਦਾ ਮੈਥੋਂ ਗਲਤੀ ਹੋ ਗਈ
ਤੇ ਭਾਈ ਸਾਹਿਬ ਜੀ ਦੇ ਮੁਖ ਚੋਂ ਬਚਨ ਨਿਕਲਿਆ, ਹੁਣ ਮਾਫ ਕਰੂਗੀ ਮੇਰੀ ਜੁੱਤੀ। ਸਾਧ ਜੇ ਬੋਲੇ ਸਹਿ ਸੁਭਾਏ, ਉਹ ਵੀ ਸਾਧ ਹੈ, ਕੋਈ ਭਾਗਵੇਂ ਨਾਲ ਥੋੜਾ ਸਾਧ ਬਣਦਾ। ਸਾਧ ਤਾਂ ਖੇਤੀਬਾੜੀ ਵਾਲਾ ਕਿਸਾਨ ਵੀ ਹੋ ਸਕਦਾ ਜੇ ਕਿਰਤ ਸੱਚੀ ਸੁੱਚੀ ਹੋਵੇ ਤਾਂ। ਕੋਈ ਸਤਨਾਮ ਸ੍ਰੀ, ਹੁਣ ਮਾਫ ਕਰੂਗੀ ਮੇਰੀ ਜੁੱਤੀ। ਵਜ਼ੀਰ ਕਹਿੰਦੇ ਜੀ ਉਹ ਤਾਂ ਇੱਦਾਂ ਬੋਲਦਾ। ਕਹਿੰਦਾ ਯਾਰ ਉਹਦੇ ਬਚਨ ਸੱਤ ਹੁੰਦੇ ਆ, ਉਹਦੀ ਜੁੱਤੀ ਲਿਆ ਕੇ ਮੇਰੇ ਸਿਰ 'ਚ ਮਾਰੋ। ਜੁੱਤੀ ਮੰਗਾ ਲਈ, ਇੱਕ ਪਾਂਗ ਲੈ ਗਏ, ਰਾਜੇ ਦਾ ਤਾਜ ਲਾ ਕੇ, ਸਿਰ ਤੋਂ ਦਸਤਾਰ ਲਾ ਕੇ, ਉਹਦਾ ਸਿਰ ਤੋਂ ਲਾ ਕੇ, ਉਹਦੀ ਜੋ ਵੀ ਬੰਨਿਆ ਸਿਰ 'ਤੇ ਕੱਪੜਾ ਲਾ ਕੇ ਉਹਦੇ ਸਿਰ ਵਿੱਚ ਜੁੱਤੀ ਪੈਂਦੀ ਆ। ਜੁੱਤੀ ਵੱਜਦੀ ਆ, ਥੋੜ੍ਹਾ ਜਿਹਾ ਪਿਸ਼ਾਬ ਆਉਂਦਾ, ਫਿਰ ਬੰਦ ਹੋ ਜਾਂਦਾ, ਪੂਰਾ ਨਹੀਂ ਖੁੱਲ੍ਹਦਾ। ਜੁੱਤੀ ਮਾਰਦੇ ਆ, ਥੋੜ੍ਹਾ ਜਿਹਾ ਆਉਂਦਾ, ਫਿਰ ਬੰਦ ਹੋ ਜਾਂਦਾ। ਉਹ ਕਹਿੰਦਾ ਮਾਰੀ ਚੱਲੋ, ਕਿਉਂਕਿ ਪੇਟ ਦਾ ਜਿਹੜਾ ਦਰਦ ਬਹੁਤ ਭਿਆਨਕ ਹੈ। ਸਿਰ ਦੇ ਵਿੱਚ ਜੁੱਤੀ ਵੱਜਦੀ ਰਹੀ, ਸਿਰ ਫੁੱਟ ਗਿਆ ਜੁੱਤੀ ਵੱਜ ਕੇ। ਬਾਥਰੂਮ ਨਹੀਂ ਖੁੱਲ੍ਹਿਆ, ਉਸ ਦਾ ਬੰਨ ਨਹੀਂ ਖੁੱਲ੍ਹਿਆ, ਸਿਰ ਫਟ ਗਿਆ, ਸਿਰ ਟੁੱਟ ਗਿਆ। ਜੁੱਤੀ ਵੱਜ ਕੇ ਖੋਪੜੀ ਫੁੱਟ ਗਈ ਉਸ ਦੀ ਵੀ। ਜੈਸਾ ਵੇਖੈ ਤੈਸਾ ਵੇਖ, ਜਿਹੋ ਜੀ ਕਿਸੇ ਵਾਸਤੇ ਨਿਗਾਹ ਰੱਖੇਗਾ ਉਹੋ ਜਿਹਾ ਤੇਰੇ ਵਾਸਤੇ ਵੀ ਵਰਤੇਗਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਅਖੀਰ ਭਾਈ ਤਾਰੂ ਸਿੰਘ ਜੀ ਤੋਂ ਪਹਿਲਾਂ ਉਹ ਸੂਬੇਦਾਰ ਮਰ ਗਿਆ ਜੁੱਤੀਆਂ ਖਾਂਦਾ ਖਾਂਦਾ। ਕੋ ਸਤਨਾਮ ਸੀ। ਉਹ ਰਾਜਾ, ਮੁਗਲ ਰਾਜਾ ਜਿਹੜਾ ਸੀਗਾ, ਉਹ ਜੁੱਤੀਆਂ ਖਾਂਦਾ ਖਾਂਦਾ ਮਰ ਗਿਆ। ਫਿਰ ਤਾਰੂ ਸਿੰਘ ਨੇ 22 ਦਿਨ ਉਸੇ ਤਰ੍ਹਾਂ ਬੈਠੇ ਰਹੇ। ਖੋਪੜੀ ਲੈਣ ਤੋਂ ਬਾਅਦ ਚੌਂਕੜਾ ਮਾਰ ਕੇ ਬੈਠੇ ਰਹੇ, ਨਾ ਕੁਝ ਖਾਧਾ ਨਾ ਪੀਤਾ। 22 ਦਿਨ ਬੈਠੇ ਰਹੇ ਚੌਂਕੜਾ ਮਾਰ ਕੇ, ਤੇ 22 ਦਿਨ ਉਹਦੇ ਜੁੱਤੀਆਂ ਪੈਂਦੀਆਂ ਰਹੀਆਂ, ਕਿਉਂਕਿ ਉਹਨੇ ਕਿਹਾ ਸੀਗਾ ਤੈਨੂੰ ਜੁੱਤੀ ਦੇ ਮੂਹਰੇ ਲਾ ਕੇ ਲਿਜਾਊਂਗਾ। ਸਿੱਖ ਦਾ ਉਹ ਬਚਨ ਗੁਰੂ ਸਾਹਿਬ ਨੇ ਪੂਰਾ ਕੀਤਾ। ਫਿਰ ਵਾਕਿਆ ਜੁੱਤੀ ਦੇ ਮੂਹਰੇ ਲਾ ਕੇ ਦੁਸ਼ਟ ਨੂੰ ਲੈ ਗਿਆ, ਨਰਕਾਂ ਵਿੱਚ ਸਿੱਟਿਆ, ਤੇ ਤਾਰੂ ਸਿੰਘ ਪਾਤਸ਼ਾਹ ਦੇ ਚਰਨੀ ਜਾ ਲੱਗਿਆ। ਖੈਰ ਆਖਰੀ ਪੰਕਤੀ ਪੜ੍ਹੀਏ, ਫਿਰ ਪਰਮੇਸ਼ਰ ਨੂੰ ਲਾਜ ਹੋ ਜਾਂਦੀ ਹੈ ਜਿਹੜਾ ਗੁਰੂ ਪਰਮੇਸ਼ਰ ਦੇ ਹੁਕਮਾਂ ਵਿੱਚ ਚੱਲਦਾ। ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ, ਜਿਹੜੇ ਉਹਦੇ ਦਰ 'ਤੇ ਡਿੱਗ ਪੈਂਦੇ ਆ ਉਹਨਾਂ ਦੀ ਲਾਜ ਫਿਰ ਮਾਲਕ ਨੂੰ ਹੈ। ਭੁਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹੋ। ਉਹਨਾਂ ਨੂੰ ਪੋਹ ਵਰਗੀਆਂ ਠੰਡ ਦੇ ਦੁੱਖ, ਹਾੜ ਵਰਗੇ ਗਰਮੀ ਦੇ ਦੁੱਖ, ਹੋਰ ਅਨੇਕਾਂ ਵੱਡੇ ਵੱਡੇ ਦੁੱਖ ਵੀ ਦੁਖੀ ਨਹੀਂ ਕਰ ਸਕਦੇ। ਉਹ ਖੁਸ਼ ਰਹਿੰਦੇ ਆ ਹਮੇਸ਼ਾ। ਇਸੀ ਪਵਿੱਤਰ ਪੋਹ ਦੇ ਮਹੀਨੇ ਦੀ ਵਿਚਾਰ 12 ਮਾਹਾਂ ਦੇ ਮੁਤਾਬਕ, ਲੜੀਵਾਰ ਕਥਾ ਦੇ ਮੁਤਾਬਕ ਅਗਲਾ ਸ਼ਬਦ ਹੈ ਮਾਘ ਮਹੀਨੇ ਦਾ। ਮਾਘ ਮੱਜਨ ਸੰਗ ਸਾੜੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ, ਸੁਣ ਸਭਨਾ ਨੋ ਕਰ ਦਾਨ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ